ਬੈਂਕਾਂ ਲੋਨ ਕਰਨ ਵੇਲੇ ਕਿਸਾਨਾਂ ਤੋਂ ਜਿਹੜੇ ਹੈਗੇ ਆ ਬਲੈਂਕ ਚੈੱਕ ਲੈ ਲੈਂਦੀਆਂ ਸੀ। ਜਿਹੜੇ ਉਹ ਬਲੈਂਕ ਚੈੱਕ ਲੈਂਦੀਆਂ ਸੀਗੀਆਂ ਉਹ ਇੱਕ ਤਰ੍ਹਾਂ ਦੇ ਉਹਨਾਂ ਦੇ ਮੌਤ ਦੇ ਵਾਰੰਟ ਹੁੰਦੇ ਸੀ। ਜਦੋਂ ਕਿਸਾਨ ਦੀਆਂ 2 ਜਾਂ 3 ਕਿਸ਼ਤਾਂ ਦਾ ਡਿਫਾਲਟਰ ਹੋ ਜਾਂਦਾ ਸੀਗਾ, ਉਦੋਂ ਫਿਰ ਉਹ ਸਿੱਧਾ ਜਾ ਕੇ ਉਸ ਦਿਨ ਦੀ ਡੇਟ ਪਾ ਕੇ ਚੈੱਕ ਲਾ ਦਿੰਦੇ ਸੀ। ਤੁਸੀਂ ਇਹ ਕਹਿਣਾ ਚਾਹੁੰਦੇ ਵੀ ਉਹ ਚੈੱਕਾਂ ਦੇ ਹਿਸਾਬ ਦੇ ਨਾਲ ਜਾਂ ਸਰਕਾਰ ਦੀਆਂ ਪਾਲਿਸੀਆਂ ਸੀਗੀਆਂ ਵੀ ਕਿਸਾਨਾਂ ਨੂੰ ਕਿਉਂਕਿ ਘਰੇ ਜਾ ਕੇ ਲੋਨ ਦਿੰਦੇ ਹੁੰਦੇ ਸੀ ਉਹਨਾਂ ਟਾਈਮਾਂ ਦੇ ਵਿੱਚ 2013, 14, 12, 10, 11 ਜਦੋਂ ਕਿਸਾਨਾਂ ਤੇ ਕਰਜ਼ਾ ਚੜ੍ਹਨਾ ਬਹੁਤ ਜ਼ਿਆਦਾ ਸ਼ੁਰੂ ਹੋਇਆ, ਤਾਂ ਇਹਨਾਂ ਚੀਜ਼ਾਂ ਤੋਂ ਸ਼ੁਰੂ ਹੋਇਆ ਕਰਜ਼ਾ ਚੜ੍ਹਨਾ। 2014 'ਚ PIL ਪਾਈ ਸੁਪਰੀਮ ਕੋਰਟ ਦੇ ਵਿੱਚ, ਕੀ ਰਿਐਕਸ਼ਨ ਆਇਆ? ਕਿਉਂਕਿ ਬਹੁਤ ਲੋਕ ਪਾਉਂਦੇ ਹੋਣੇ PIL, ਤੁਹਾਡੀ PIL ਤੇ ਕੋਈ ਰਿਐਕਸ਼ਨ ਆਇਆ? ਸੁਣਿਆ ਕੀ ਆਇਆ? ਸੁਪਰੀਮ ਕੋਰਟ ਮਾਨਯੋਗ ਅਦਾਲਤ ਇੰਨੀ ਕੁ ਮਤਲਬ ਕਿ ਸਖਤ ਹੋਈ ਵੀ ਉਹਨਾਂ ਨੇ ਕੇਂਦਰ ਸਰਕਾਰ ਨੂੰ 25,000 ਰੁਪਏ ਦਾ ਜੁਰਮਾਨਾ ਵੀ ਕੀਤਾ। ਫਿਰ ਵੀ ਕੀ ਕਿਸਾਨਾਂ ਦੀ ਅਸਲ ਤੌਰ ਤੇ ਜ਼ਮੀਨੀ ਤੌਰ ਤੇ ਜਿੱਤ ਹੈਗੀ ਹੈ ਕਿ ਕਿਸਾਨ ਹਜੇ ਹਾਰ ਹੀ ਰਹੇ ਨੇ, ਸਰਕਾਰ ਅੱਗੇ ਚੱਲ ਰਹੀ ਹੈ? ਸਭ ਤੋਂ ਪਹਿਲਾਂ ਤਾਂ ਜਿਹੜੀ ਭੂਮੀ ਦੀ ਵੰਡ ਹੈ ਉਹ ਹੀ ਨਹੀਂ ਸਹੀ ਹੋਈ। 10% ਲੋਕਾਂ ਕੋਲੇ 54% ਜਿਹੜੀ ਜ਼ਮੀਨ। ਕਹਿੰਦੇ ਨੇ 40-45 ਕਿੱਲੇ ਵਾਲਾ ਵਧੀਆ ਘਰ ਚਲਾ ਸਕਦਾ, ਪਰ ਉੱਤੇ ਕਰਜ਼ਾ ਇਸ ਕਰਕੇ ਹੁੰਦਾ ਕਿਉਂਕਿ ਉਹ ਅੱਡੀਆਂ ਚੱਕ ਕੇ ਫਾਹਾ ਲੈਂਦਾ ਜਾਂ ਕੋਈ ਇਲੈਕਸ਼ਨਾਂ 'ਚ ਪੰਗੇ ਲੈਂਦਾ ਜਾਂ ਕੁੜੀ ਦੇ ਵਿਆਹ 'ਤੇ ਬਹੁਤ ਕਰੋੜਾਂ ਰੁਪਈਆ ਖਰਚਦਾ, ਕੁਛ ਐਸੀਆਂ ਗੱਲਾਂ ਜਾਂ ਗੱਡੀਆਂ ਜਾਂ ਸ਼ੌਂਕ। ਦੂਜੀ ਕਲਾਸ ਦੇ ਜਾਂ ਤੀਸਰੀ ਕਲਾਸ ਦੇ ਬੱਚੇ ਨੂੰ ਵੀ ਜੇ ਪੁੱਛੀਏ ਵੀ ਆਪਣੇ ਦੇਸ਼ ਦਾ ਮੁੱਖ ਕਾਰੋਬਾਰ ਕੀ ਹੈ ਤਾਂ ਉਹ ਦੱਸ ਦੂਗਾ ਵੀ ਐਗਰੀਕਲਚਰ ਹੈ। ਲੇਕਿਨ ਹਿੰਦੁਸਤਾਨ ਦੀ ਜਿਹੜੀ ਗਵਰਨਮੈਂਟ ਹੈ, ਇਹਨਾਂ ਦੇ ਪਤਾ ਨਹੀਂ ਕੀ ਇਹਨਾਂ ਦੇ ਪੇਟ ਦੇ ਵਿੱਚ ਵੀ ਕੀ ਸਟੀਲ ਹੈਡ ਨਾੜੀਆਂ ਪਾਈਆਂ। ਇਹ ਕਿਸਾਨ ਨੂੰ ਔਰ ਮਜ਼ਦੂਰ ਨੂੰ ਜਿਹੜਾ ਹੈਗਾ ਇਗਨੋਰ ਕਰ ਰਹੇ ਆ। ਜਿਹੜੇ ਲੋਕਾਂ ਕੋਲੇ 50% ਲੋਕਾਂ ਕੋਲੇ 3% ਜ਼ਮੀਨ ਸੀਗੀ, ਉਹ ਲੋਕਾਂ ਨੇ ਵੀ ਆਰਥਿਕ ਤੰਗੀਆਂ ਤੋਂ ਆ ਕੇ ਉਹ 3% ਜ਼ਮੀਨ ਵੇਚਤੀ। ਉਹਨਾਂ ਕੋਲੇ ਜ਼ਮੀਨ ਕਿੰਨੀ ਰਹਿ ਗਈ? 50% ਲੋਕਾਂ ਕੋਲੇ 0। 10% ਲੋਕਾਂ ਕੋਲੇ ਜ਼ਮੀਨ ਸੀਗੀ, 54% ਉਹਨਾਂ ਕੋਲੇ ਕਿੰਨੀ ਹੋ ਗਈ? 57%। ਘਟਨਾ ਤਾਂ ਨਹੀਂ ਵਧਣਾ ਹੀ ਹੈ ਕਿਉਂਕਿ ਜਿਹੜਾ ਗਰੀਬ ਉਹਨੇ ਹੋਰ ਗਰੀਬ ਹੋਣਾ, ਚਲੋ ਲੋੜ ਪੈਣੀ ਹੈ ਆਪਣੀ, ਜਦੋਂ ਉਹਦੇ ਕੋਲ ਪੱਲੇ ਕੁਛ ਹੈਗਾ ਤਾਂ ਉਹਨੇ ਵੇਚਣਾ ਹੀ ਹੈ। ਇੱਕ ਅਮੀਰ ਨੇ ਖਰੀਦਣੀ ਹੈ, ਵਧਣਾ ਹੀ ਹੈ। ਪਰ ਜਿਹੜੇ ਬੰਦਿਆਂ ਦੀ ਮੰਨ ਲਓ 50% ਬੰਦਿਆਂ ਕੋਲੇ ਜ਼ਮੀਨ ਤਾਂ 0 ਰਹੇਗੀ, ਉਹਨਾਂ ਦੀ ਇਨਕਮ ਵੀ ਵਿੱਚ ਹੈ, ਤੇ ਜਿਹੜੇ ਅਡਾਨੀ ਬਾਨੀ ਹੈ ਉਹਨਾਂ ਦੀ ਵੀ ਵਿੱਚ ਹੈ। ਸਾਰਿਆਂ ਦੀ ਮਿਲਾ ਕੇ ਕਹਿ ਦਿੰਦੇ ਨੇ ਸਾਡੇ ਦੇਸ਼ ਦੀ ਇੰਨੀ ਇਨਕਮ ਹੈ। ਉਸੇ ਚੈਨਲ ਤੇ ਸਰਕਾਰੀ ਕੇਂਦਰ ਸਰਕਾਰ ਦੀ ਐਡ ਆਉਂਦੀ ਹੈ ਵੀ ਅਸੀਂ ਇੰਡੀਆ ਨੂੰ ਡਿਜੀਟਲ ਬਣਾਤਾ, ਤੇ 15 ਹੀ ਸਕਿੰਟਾਂ ਬਾਅਦ ਉਸੇ ਚੈਨਲ ਤੇ ਐਡ ਆਉਂਦੀ ਹੈ ਵੀ ਘਰ ਮੇਂ ਸ਼ੌਚਾਲਿਆ ਬਣਾਏ। ਤੇ ਕਿਸਾਨ 1971 ਤੋਂ ਲੈ ਕੇ ਤੇ ਅੱਜ ਤੱਕ ਪਤਾ ਕਿੰਨਾ ਵਧਿਆ? 19 ਗੁਣਾ, ਸਿਰਫ 19 ਗੁਣਾ। ਉਹਨਾਂ ਲੋਕਾਂ ਨੂੰ ਮਤਲਬ ਕਿ ਜਾਂ ਤਾਂ ਜਿਹੜੇ ਲੋਕ ਇਹ ਗੱਲਾਂ ਕਰਦੇ ਆ ਜਿਨ੍ਹਾਂ ਦੀ ਇਨਕਮ ਵੱਧ ਗਈ ਆ, ਉਹਨਾਂ ਲੋਕਾਂ ਨੂੰ ਜਾਂ ਤਾਂ ਬੈਕ ਕਰਕੇ 19 ਗੁਣਾ ਤੇ ਲੈ ਆਉਣ, ਤੇ ਜਾਂ ਮਤਲਬ ਕਿ ਕਿਸਾਨ ਨੂੰ ਉਹਨਾਂ ਦੇ ਬਰਾਬਰ ਕਰ ਦੇਣ। ਮੋਦੀ ਜੀ ਕਹਿੰਦੇ ਸੀ ਨਾ ਵੀ ਮੈਂ 2022 'ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰੂੰਗਾ, ਪਰ ਉਹ ਗਲਤ ਕਹਿ ਗਏ। ਉਹ ਕਿਸਾਨਾਂ ਦੀ ਆਮਦਨ ਨਹੀਂ ਕਹਿਣੀ ਸੀ ਉਹਨਾਂ ਨੇ ਵੀ ਮੈਂ ਦੁੱਗਣੀ ਕਰੂੰਗਾ। ਉਹਨਾਂ ਨੇ ਕਹਿਣਾ ਸੀ ਵੀ ਕਿਸਾਨਾਂ ਦੇ ਜਿਹੜੇ ਖੇਤੀ ਦੇ ਖਰਚੇ ਨੇ ਮੈਂ ਉਹਨਾਂ ਨੂੰ ਦੁੱਗਣੇ ਕਰ ਦੂੰ। ਸਤਿ ਸ਼੍ਰੀ ਅਕਾਲ ਦੋਸਤੋ, ਜ਼ਿੰਦਾਬਾਦ ਚੈਨਲ ਦੇਖ ਰਹੇ ਹੋ। ਮੈਂ ਗੁਰਪਾਲ ਸਿੰਘ ਬਰਾੜ, ਤੁਹਾਡਾ ਸਵਾਗਤ ਹੈ। ਮੋਰਚਾ ਕਿਸਾਨਾਂ ਨੇ ਜਿੱਤ ਲਿਆ, ਪਰ ਸਾਰੇ ਕਿਸਾਨ ਜਿੱਤ ਦੀ ਖੁਸ਼ੀ ਦੇ ਵਿੱਚ ਇਹ ਗੱਲ ਨਾ ਭੁੱਲਣ ਕਿ ਸਾਡੀਆਂ ਸਿਰਫ ਬਿੱਲ ਵਾਪਸ ਹੋਏ ਨੇ। ਬਿੱਲਾਂ ਦੇ ਪਿੱਛੇ ਸੋਚ ਹੈ ਜਿਹੜੀ ਉਹ ਵਾਪਸ ਨਹੀਂ ਹੋਈ। ਉਸੇ ਸੋਚ ਨੇ ਕਿਸਾਨਾਂ ਨੂੰ ਹੁਣ ਤੱਕ ਬਹੁਤ ਪਿੱਛੇ ਕੀਤਾ ਹੋਇਆ। ਜਦੋਂ ਦਾ ਮੋਰਚਾ ਸ਼ੁਰੂ ਹੋਇਆ ਜਾਂ ਜਦੋਂ ਦੀ ਬਿੱਲਾਂ ਦੀ ਗੱਲ ਸ਼ੁਰੂ ਹੋਈ, ਉਸ ਦਿਨ ਤੋਂ ਲੈ ਕੇ ਹੁਣ ਤੱਕ ਦੀ ਜੇ ਵੀ ਗੱਲ ਕਰੀਏ ਤਾਂ ਵੀ ਕਿਸਾਨ ਪਿੱਛੇ ਹੀ ਗਿਆ, ਚਾਹੇ ਸਾਡੀ ਜਿੱਤ ਵੀ ਹੋ ਗਈ। ਸੋ ਜਿਹੜੀਆਂ ਓਵਰਆਲ ਚੀਜ਼ਾਂ ਨੇ ਸਾਨੂੰ ਹਮੇਸ਼ਾ ਉਹਨਾਂ ਦਾ ਭੜਕਾਇਆ ਜਾਂਦਾ, ਚਾਹੇ ਅਸੀਂ ਕਿਸੇ ਨੂੰ ਆਪਦੀ ਤਾਕਤ ਦਿਖਾ ਕੇ ਗੋਡਨੀਆਂ ਭਰ ਕਰ ਵੀ ਲਈਏ, ਪਰ ਫਿਰ ਵੀ ਉਹ ਗੋਡਨੀਆਂ ਭਰ ਹੁੰਦੇ ਵੀ ਸਾਡਾ ਕੋਈ ਨਾ ਕੋਈ ਨੁਕਸਾਨ ਕਰ ਜਾਂਦੇ ਨੇ, ਜਿਨ੍ਹਾਂ ਤੋਂ ਅਸੀਂ ਅਣਜਾਣ ਰਹਿੰਦੇ ਹਾਂ, ਜਿਨ੍ਹਾਂ ਤੋਂ ਕਿਸਾਨ ਖਾਸ ਕਰਕੇ ਅਣਜਾਣ ਰਹਿੰਦਾ। ਸੋ ਐਸੀਆਂ ਗੱਲਾਂ ਦੇ ਲਈ ਹਰ ਇੱਕ ਚੈਨਲ ਦਾ ਫਰਜ਼ ਵੀ ਬਣਦਾ ਕਿ ਇੱਕ ਦਿਨ ਵਿੱਚੋਂ ਨਾ ਸਾਰੇ ਦਿਨ ਮਸਾਲੇ ਦੇਣ ਤੋਂ ਬਜਾਏ ਜਾਂ ਪੋਲੀਟੀਕਲ ਗੱਲਾਂ ਕਰਨ ਤੋਂ ਬਜਾਏ ਕੁਝ ਐਸੀਆਂ ਗੱਲਾਂ ਕਰੀਏ, ਕੁਝ ਐਸੇ ਸੰਜੀਦਾ, ਐਸੇ ਸੂਝਵਾਨ ਲੋਕਾਂ ਨੂੰ ਵੀ ਤੁਹਾਡੇ ਰੂਬਰੂ ਪੇਸ਼ ਕਰੀਏ ਜਿਨ੍ਹਾਂ ਨੂੰ ਅਸਲੀਅਤ ਪਤਾ ਹੁੰਦੀ ਹੈ ਵੀ ਸਰਕਾਰਾਂ ਕਿਸ ਤਰੀਕੇ ਦੇ ਨਾਲ ਕਿਸਾਨ ਨੂੰ ਲੱਤੜ ਰਹੀਆਂ ਨੇ, ਜਿਹੜੇ ਖੁਦ ਵੀ ਕਿਸਾਨੀ ਦੇ ਵਿੱਚ ਬੜੇ ਰੁੱਝੇ ਹੁੰਦੇ ਨੇ ਔਰ ਉਹਨਾਂ ਨੂੰ ਸਿਆਣਪ ਦੇ ਤਰੀਕੇ ਦੇ ਨਾਲ ਉਹਨੂੰ ਵਾਚ ਕਰਦੇ ਨੇ ਵੀ ਸਰਕਾਰਾਂ ਕਿਸ ਤਰੀਕੇ ਦੇ ਨਾਲ ਸਾਨੂੰ ਟਾਰਗੇਟ ਕਰਦੀਆਂ ਨੇ। ਸਾਡੇ ਨਾਲ ਇੱਕ ਬਹੁਤ ਹੀ ਸੂਝਵਾਨ ਕਿਸਾਨ ਵੀਰ ਅਤੇ ਸੋਸ਼ਲ ਐਕਟਿਵਿਸਟ GS ਹੈਪੀ ਮਾਨ ਜੋ ਗਿੱਦੜਬਾਹਾ ਇਲਾਕੇ ਨੂੰ ਬਿਲੋਂਗ ਕਰਦੇ ਨੇ, ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਹਾਜ਼ਰ ਨੇ। ਇਹਨਾਂ ਨਾਲ ਗੱਲਬਾਤ ਕਰਾਂਗੇ। ਸਮੁੱਚੇ ਮਾਮਲੇ 'ਤੇ ਸਭ ਤੋਂ ਵੱਡੀ ਖਾਸ ਗੱਲ ਹੈ ਕਿ ਇਹਨਾਂ ਨੇ ਪਰ ਕਾਫੀ ਸਮੇਂ ਤੋਂ ਲੈ ਕੇ, ਜੇ 2014 ਦੀ ਗੱਲ ਕਰਾਂ ਜਦੋਂ ਮੋਦੀ ਸਰਕਾਰ ਬਣੀ ਸੀ, 2014 ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਇੱਕ PIL ਪਾਈ ਸੀ। ਉਸ ਸੰਬੰਧ ਦੇ ਵਿੱਚ
ਇਹਨਾਂ ਦੇ ਪੀਐਲ ਤੋਂ ਇੱਕ ਬੜੀ ਸੋਹਣੀ ਚੀਜ਼ ਸਾਹਮਣੇ ਆਈ ਸੀ ਕਿ ਸੁਪਰੀਮ ਕੋਰਟ ਨੇ ਉੱਤੇ ਰਿਐਕਸ਼ਨ ਵੀ ਕੀਤਾ ਸੀ ਤੇ ਮੋਦੀ ਸਰਕਾਰ ਨੂੰ ਇਸ ਚੀਜ਼ ਤੇ ਜੁਰਮਾਨਾ ਵੀ ਹੋਇਆ ਸੀ। ਸਾਰੀ ਗੱਲ ਬਾਤ ਇੰਟਰਵਿਊ ਦੌਰਾਨ ਕਰਾਂਗੇ ਤੇ ਹੋਰ ਚੀਜ਼ਾਂ ਜਿਹੜੀਆਂ ਕਾਨੂੰਨਾਂ ਤੋਂ ਪਾਸੇ ਹਟ ਕੇ ਕਿਸਾਨ ਜਿਨ੍ਹਾਂ ਤੋਂ ਅਣਜਾਣ ਨੇ ਤੇ ਕਿਸਾਨਾਂ ਨੂੰ ਸਰਕਾਰ ਦਰੜ ਰਹੀ ਹੈ, ਉਹ ਗੱਲਾਂ ਸਾਰੀਆਂ ਗੱਲਾਂ ਕਰਾਂਗੇ। ਹੈਪੀ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਸਟੂਡੀਓ 'ਚ। ਸਤਿ ਸ਼੍ਰੀ ਅਕਾਲ ਜੀ। ਅੱਛਾ, ਪਹਿਲਾਂ ਆਪਾਂ ਇਸੇ ਗੱਲ ਤੋਂ ਸਟਾਰਟ ਕਰਦੇ ਹਾਂ ਕਿ ਤੁਸੀਂ ਸੋਸ਼ਲ ਐਕਟਿਵਿਸਟ ਹੋ, ਤੁਹਾਡਾ ਆਪਣਾ ਕੀ ਕੰਮਕਾਰ ਹੈ? ਮਤਲਬ ਕਈ ਵਾਰੀ ਕਹਿੰਦੇ ਹੁੰਦੇ ਨੇ, ਕਈ ਬੰਦੇ ਇਦਾਂ ਦੇ ਹੁੰਦੇ ਵੀ ਜਿਹੜੇ ਹਵਾ 'ਚ ਤੀਰ ਬਹੁਤ ਛੱਡਦੇ ਆ ਪਰ ਪਰਸਨਲ ਲੈਵਲ ਤੇ ਕੰਮ ਨਹੀਂ ਕਰਦੇ। ਤੁਹਾਡਾ ਸਾਡੇ ਸਟੂਡੀਓ 'ਚ ਬੈਠਣ ਦਾ ਤੇ ਸਾਡਾ ਤੁਹਾਨੂੰ ਬੁਲਾਉਣ ਦਾ ਇਹੀ ਰੀਜ਼ਨ ਹੈ ਕਿ ਤੁਸੀਂ ਜੋ ਗੱਲਾਂ ਕੀਤੀਆਂ ਉਹਨਾਂ ਤੇ ਖਰੇ ਕਾਫੀ ਉਤਰੇ ਹੋ। ਤੁਸੀਂ ਆਪਣੇ ਘਰ-ਬਾਰ ਤੋਂ ਲੈ ਕੇ ਇਨਵਾਇਰਨਮੈਂਟਲਿਸਟ ਰਹੇ ਹੋ, ਤਾਂ ਕੀ ਤੁਹਾਡਾ ਰੋਲ ਕੀ ਰਹਿੰਦਾ ਮੇਨ ਉਹਦੇ ਵਿੱਚ, ਜਿਹੜਾ ਤੁਸੀਂ ਕਿਸਾਨਾਂ ਨੂੰ ਉਹਦੇ ਤੋਂ ਕੀ ਸੁਨੇਹਾ ਮਿਲਦਾ ਤੁਹਾਡੀ ਆਪਣੇ ਕਾਰੋਬਾਰ ਤੋਂ? ਦੇਖੋ, ਜਿਹੜਾ ਆਪਣਾ ਕਾਰੋਬਾਰ ਹੈ ਉਹ ਤਾਂ ਦੇਖੋ ਹਰ ਇਨਸਾਨ ਦਾ ਜਿਹੜਾ ਹੈਗਾ ਚੱਲਦਾ ਹੀ ਹੈ। ਹਾਂਜੀ ਹਾਂਜੀ। ਉਹਦਾ ਤਾਂ ਮੇਰੇ ਤੋਂ ਬਹੁਤ ਜਿਹੜੇ ਸਿਆਣੇ ਲੋਕ ਨੇ ਉਹ ਮੈਸੇਜ ਦੇਣ ਲਈ ਬੈਠੇ ਨੇ। ਮੈਂ ਐਡਾ ਵੱਡਾ ਨਹੀਂ ਸਮਝਦਾ ਆਪਣੇ ਆਪ ਨੂੰ ਵੀ ਮੈਂ ਕੋਈ ਉਹਨਾਂ ਤੋਂ ਮੈਸੇਜ ਦੇ ਸਕਾਂ। ਜਿਹੜੀ ਰਹੀ ਗੱਲ ਵੀ ਕਿਸਾਨਾਂ ਦੇ ਕਈ ਮਤਲਬ ਕਿ ਮਸਲੇ ਜਿਹੜੇ ਨੇ ਸੀਗੇ, ਜਿੱਦਾਂ ਕਿ ਜੇ ਆਪਾਂ ਕਹੀਏ ਬੈਂਕਾਂ ਦੀ ਗੱਲ ਕਰ ਲਈਏ, ਮੰਨ ਲਓ ਬੈਂਕਾਂ ਜਦੋਂ ਲੋਨ ਕਰਦੀਆਂ ਨੇ, ਬੈਂਕਾਂ ਲੋਨ ਕਰਨ ਵੇਲੇ ਕਿਸਾਨਾਂ ਤੋਂ ਜਿਹੜੇ ਹੈਗੇ ਆ ਬਲੈਂਕ ਚੈੱਕ ਲੈ ਲੈਂਦੀਆਂ ਸੀਗੀਆਂ। ਜਿਹੜੇ ਉਹ ਬਲੈਂਕ ਚੈੱਕ ਲੈਂਦੀਆਂ ਸੀਗੀਆਂ ਉਹ ਇੱਕ ਤਰ੍ਹਾਂ ਦੇ ਉਹਨਾਂ ਦੇ ਮੌਤ ਦੇ ਵਾਰੰਟ ਹੁੰਦੇ ਸੀ। ਜਿੱਦਾਂ ਜੇ ਆਪਾਂ ਕਹਿ ਲਈਏ ਵੀ ਪਿੱਛੇ ਜਿਹੜੀ 2016 'ਚ ਕਿ 15-16 'ਚ ਵਾਈਟ ਫਲਾਈ ਪੈ ਗਈ ਸੀਗੀ ਕਾਟਨ ਬੈਲਟ 'ਚ, ਜੇਕਰ ਮਾਲਵੇ ਬੈਲਟ ਦੀ ਆਪਾਂ ਗੱਲ ਕਰੀਏ ਤਾਂ ਉਹ ਵਾਈਟ ਫਲਾਈ ਨੇ ਮਤਲਬ ਕਿ ਨਰਮੇ ਦੀ ਜਿਹੜੀ ਉਹ ਤਬਾਹੀ ਲਿਆਤੀ ਸੀਗੀ। ਉਹ ਮੇਰਾ ਐਗਜ਼ਾਮਪਲ ਦੇਣ ਦਾ ਮਤਲਬ ਇਹ ਹੈ ਵੀ ਕਿਸਾਨ ਜਦੋਂ ਲੋਨ ਲੈ ਲੈਂਦਾ ਹੈ ਤੇ ਉਦੋਂ ਫਿਰ ਉਹਦੀਆਂ ਜਿਹੜੀਆਂ ਕਿਸ਼ਤਾਂ, ਜਦੋਂ ਇਹੋ ਜਿਹੀਆਂ ਕੁਦਰਤੀ ਆਫਤਾਂ ਆਉਂਦੀਆਂ ਉਹ ਟੁੱਟ ਜਾਂਦੀਆਂ। ਮਿਲੀ ਬੱਗ ਦੀ ਗੱਲ ਕਰਦੇ ਸੀ? ਮਿਲੀ ਬੱਗ, ਹਾਂ, ਉਹਨੂੰ ਹਾਂ ਵਾਈਟ ਫਲਾਈ ਮਿਲੀ ਬੱਗ, ਹਾਂ ਉਹਦੀ ਗੱਲ ਕਰਦੇ ਹਾਂ। ਉਹਦੇ ਵਿੱਚ ਹੁੰਦਾ ਕੀ ਸੀਗਾ, ਜਦੋਂ ਕਿਸਾਨ ਮਤਲਬ ਕਿ ਉਹ ਤਾਂ ਮੈਂ ਇੱਕ ਐਗਜ਼ਾਮਪਲ ਦੇਤੀ ਨਾ, ਕੋਈ ਵੀ ਕਿਸਾਨ ਨੂੰ ਕੁਦਰਤੀ ਆਫਤ ਆਉਂਦੀ ਹੈ ਤੇ ਜਦੋਂ ਉਹਦੀ ਇਨਕਮ ਸੋਰਸ ਘਟ ਗਿਆ ਤੇ ਆਟੋਮੈਟਿਕ ਹੈ ਵੀ ਉਹਦੇ ਜਿਹੜੇ ਬੈਂਕ ਤੋਂ ਜਾਂ ਕਿਤੋਂ ਲੋਨਸ ਵਗੈਰਾ ਜਿਹੜੇ ਲਏ ਨੇ ਤੇ ਉਹਨਾਂ ਤੇ ਮਤਲਬ ਕਿ ਜਿਹੜਾ ਹੈਗਾ ਉਹਦੀ ਜਿਹੜੀ ਕਿਸ਼ਤ ਹੈ ਨਹੀਂ ਮੋੜ ਸਕਦਾ। ਤੇ ਬੈਂਕਾਂ ਨੇ ਕੀ ਕੀਤੀ ਹੁੰਦੀ ਹੈ, ਬੈਂਕਾਂ ਨੇ ਮਤਲਬ ਕਿ ਉਹਨਾਂ ਤੋਂ ਜਿਹੜੇ ਬਲੈਂਕ ਚੈੱਕ ਹੈ, ਜਿਸ ਦਿਨ ਉਹਨਾਂ ਨੇ ਲੋਨ ਦੇਣਾ ਹੁੰਦਾ ਸੀਗਾ ਉਸੇ ਦਿਨ ਮਤਲਬ ਕਿ ਖਾਲੀ ਚੈੱਕ ਲੈ ਕੇ ਖਾਲੀਆਂ ਤੇ ਸਾਈਨ ਕਰਾ ਕੇ ਰੱਖ ਲੈਂਦੇ ਸੀਗੇ। ਜਦੋਂ ਕਿਸਾਨ ਦੀਆਂ 2 ਜਾਂ 3 ਕਿਸ਼ਤਾਂ ਦਾ ਡਿਫਾਲਟਰ ਹੋ ਜਾਂਦਾ ਸੀਗਾ ਉਦੋਂ ਫਿਰ ਉਹ ਸਿੱਧਾ ਜਾ ਕੇ ਉਸ ਦਿਨ ਦੀ ਡੇਟ ਪਾ ਕੇ ਚੈੱਕ ਲਾ ਦਿੰਦੇ ਸੀਗੇ। ਇਹ ਮੇਰਾ ਖਿਆਲ ਹੈ ਵੀ ਮੈਂ ਹਬੋਰ, ਫੈਜ਼ਲਕਾ, ਇਹਨਾਂ ਸਾਰੇ ਇਲਾਕਿਆਂ ਦੇ ਵਿੱਚੋਂ ਮਤਲਬ ਇਹ ਤੁਸੀਂ ਕਹਿਣਾ ਚਾਹੁੰਦੇ ਵੀ ਇਸ ਦੌਰ ਜਿਹੜਾ ਇਹ ਦੌਰ ਹੈ ਬਲੈਂਕ ਚੈੱਕਾਂ ਇਹਦੋਂ ਤੋਂ ਲੈ ਕੇ ਕਿਸਾਨਾਂ ਦੇ ਕਰਜ਼ਾ ਚੜ੍ਹਨਾ ਸ਼ੁਰੂ ਹੋਇਆ? ਮੈਂ ਤੁਹਾਨੂੰ ਦੱਸਦਾ ਨਾ, ਇਹ ਸਾਰੇ ਚੈੱਕ ਮਤਲਬ ਕਿ ਬੈਂਕਾਂ ਚੋਂ ਮੈਂ ਵਾਪਸ ਕਰਵਾਏ। ਮਤਲਬ ਕਿ ਜਿਹੜੇ ਰਿਜ਼ਰਵ ਬੈਂਕ ਦੀ ਗਾਈਡਲਾਈਨ ਦੇ ਅੰਗੇਸਟ ਸੀਗੇ ਤੇ ਜਿਹੜੇ ਬੈਂਕ ਦੀ ਮਤਲਬ ਕਿ ਨਿਯਮਾਂ ਦੇ ਵੀ ਉਲਟ ਸੀਗੇ। ਉਹ ਮਤਲਬ ਕਿ ਸਿਰਫ ਇੱਕ ਸੌਖਾ ਤਰੀਕਾ ਲੱਭ ਲਿਆ ਸੀਗਾ ਸਿਕਿਉਰਿਟੀ ਦਾ ਵੀ ਇੱਕ ਸੌਖਾ ਤਰੀਕਾ ਵੀ ਜੇ ਚੈੱਕ ਨਾ ਭਰੂਗਾ ਤੇ ਚੈੱਕ ਬਾਉਂਸ ਦਾ ਜਦੋਂ ਕੇਸ ਹੋ ਗਿਆ ਉਦੋਂ 2 ਜਾਂ 3 ਤਰੀਕਾਂ ਤੇ 1.5 ਜਾਂ 3 ਸਾਲ ਦੀ ਮਤਲਬ ਕਿ ਜਿਹੜੀ ਹੈਗੀ ਸਜ਼ਾ ਹੈ। ਤੇ ਉਹ ਕੀ ਕਰਦਾ ਸੀ, ਅੰਦਰੇ ਅੰਦਰ ਮਤਲਬ ਕਿ ਕਿਸਾਨ ਆ ਜਿਹੜਾ ਉਹ ਟੁੱਟ ਜਾਂਦਾ ਸੀਗਾ ਤੇ ਸਮਾਜਿਕ ਦੇ ਵਿੱਚ ਵੀ ਉਹ ਟੁੱਟ ਜਾਂਦਾ ਸੀਗਾ। ਸਮਾਜ ਦੇ ਵਿੱਚ ਉਹ ਫਿਰ ਕੀ ਸੀਗਾ ਵੀ ਉਹ ਸੁਸਾਈਡ ਦੇ ਰਸਤੇ ਤੇ ਜਿਹੜਾ ਹੈਗਾ ਪਹੁੰਚ ਜਾਂਦਾ ਸੀਗਾ। ਇਹ ਹਜ਼ਾਰਾਂ ਚੈੱਕ ਤੁਸੀਂ ਇਹ ਕਹਿਣਾ ਚਾਹੁੰਦੇ ਵੀ ਉਹ ਚੈੱਕਾਂ ਦੇ ਹਿਸਾਬ ਦੇ ਨਾਲ ਜਾਂ ਸਰਕਾਰ ਦੀਆਂ ਪਾਲਿਸੀਆਂ ਸੀਗੀਆਂ ਵੀ ਕਿਸਾਨਾਂ ਨੂੰ ਕਿਉਂਕਿ ਘਰੇ ਜਾ ਕੇ ਲੋਨ ਦਿੰਦੇ ਹੁੰਦੇ ਸੀ ਉਹਨਾਂ ਟਾਈਮਾਂ ਦੇ ਵਿੱਚ 2013, 14, 12, 10, 11 ਜਦੋਂ ਕਿਸਾਨਾਂ ਤੇ ਕਰਜ਼ਾ ਚੜ੍ਹਨਾ ਬਹੁਤ ਜ਼ਿਆਦਾ ਸ਼ੁਰੂ ਹੋਇਆ ਤਾਂ ਇਹ ਇਹਨਾਂ ਚੀਜ਼ਾਂ ਤੋਂ ਸ਼ੁਰੂ ਹੋਇਆ ਕਰਜ਼ਾ ਚੜ੍ਹਨਾ? ਦੇਖੋ, ਜਿਹੜਾ ਕਰਜ਼ਾ ਚੜ੍ਹਨਾ ਜੀ, ਕਰਜ਼ਾ ਚੜ੍ਹਨ ਦਾ ਤਾਂ ਕਈ ਕਾਰਨ ਨੇ, ਇਕੱਲਾ ਹੀ ਨਹੀਂਗਾ। ਕਰਜ਼ਾ ਚੜ੍ਹਨ ਦੇ ਕਾਰਨ ਤਾਂ ਇਹ ਵੀ ਜਿਹੜਾ ਫਸਲਾਂ ਦਾ, ਜਿਵੇਂ ਹੁਣ ਆਪਾਂ ਅੱਗੇ ਗੱਲ ਕਰਾਂਗੇ ਵੀ ਜਿੱਦਾਂ ਤੁਸੀਂ ਉਹ ਕੋਰਟ ਦਾ ਜਿਹੜਾ ਹਵਾਲਾ ਦਿੱਤਾ, ਮਤਲਬ ਕਿ ਕਰਜ਼ਾ ਚੜ੍ਹਨ ਦੇ ਤਾਂ ਕਈ ਕਾਰਨ ਨੇ। ਕਰਜ਼ਾ ਚੜ੍ਹਨ ਦਾ ਜਿਹੜਾ ਕਿਸਾਨਾਂ ਦਾ ਮਤਲਬ ਕਿ ਜਿਹੜਾ ਹੈਗਾ ਇਨਕਮ ਸੋਰਸ, ਜਿਹੜਾ ਫਸਲਾਂ ਦੇ ਭਾਅ ਨਾ ਮਿਲਣੇ, ਉਹ ਮਤਲਬ ਕਿ ਜਿਹੜਾ ਉਹਦੇ ਕਰਕੇ ਘਟ ਗਿਆ। ਜਿਹੜੀ ਰਹੀ ਗੱਲ ਤੁਸੀਂ ਜਿੱਦਾਂ ਕਰ ਰਹੇ ਸੀ, ਉਹ ਜੇ ਆਪਾਂ ਸਵਾਮੀਨਾਥਨ ਰਿਪੋਰਟ ਦੀ ਗੱਲ ਕਰੀਏ, ਉਹ ਵੀ ਕੋਰਟ ਦੇ ਵਿੱਚ ਅਸੀਂ ਮਤਲਬ ਕਿ ਜਿਹੜਾ ਸੁਪਰੀਮ ਕੋਰਟ ਦੇ ਵਿੱਚ PIL ਪਾਈ, ਉਹ PIL ਅਸੀਂ ਪਾਈ ਵੀ ਕਿਸਾਨਾਂ ਦੀ ਜਿਹੜੀਆਂ ਖੁਦਕੁਸ਼ੀਆਂ ਨੂੰ ਰੋਕਿਆ ਜਾਵੇ। ਉਹਦੇ ਤੋਂ ਬਾਅਦ ਮਤਲਬ ਕਿ ਕੋਰਟ ਦੇ ਵਿੱਚ ਜਦੋਂ ਅਸੀਂ ਕਿਹਾ ਵੀ ਕਿਸਾਨਾਂ ਦੀ ਖੁਦਕੁਸ਼ੀ ਹੋ ਤਾਂ ਰਹੀ ਹੈ ਵੀ ਇਹਨਾਂ ਦਾ ਇਨਕਮ ਸੋਰਸ ਘਟ ਕੇ ਰੁਕ ਤਾਂ ਸਕਦੀ ਹੈ, ਜਿਹਨਾਂ ਦਾ ਇਨਕਮ ਸੋਰਸ ਵਧਾਇਆ ਜਾਵੇ। ਵੱਧ ਤਾਂ ਸਕਦੀ ਹੈ ਜੇ ਡਾਕਟਰ MS ਸਵਾਮੀਨਾਥਨ ਦੀ ਰਿਪੋਰਟ ਹੈ ਜਿਹੜੀ ਉਹ ਲਾਗੂ ਕੀਤੀ ਜਾਵੇ। ਉਹਦੇ ਤੋਂ ਬਾਅਦ 2014 'ਚ PIL ਪਾਈ ਸੁਪਰੀਮ ਕੋਰਟ ਦੇ ਵਿੱਚ, ਕੀ ਰਿਐਕਸ਼ਨ ਆਇਆ? ਕਿਉਂਕਿ ਬਹੁਤ ਲੋਕ ਪਾਉਂਦੇ ਹੋਣੇ PIL, ਤੁਹਾਡੀ PIL ਤੇ ਕੋਈ ਰਿਐਕਸ਼ਨ ਆਇਆ ਸੁਣਿਆ, ਕੀ ਆਇਆ? ਦੇਖੋ ਜੀ, ਪਹਿਲਾਂ ਤਾਂ ਜਿਹੜੀ ਕੋਰਟ ਦੀ ਪ੍ਰੋਸੈਸਿੰਗ ਹੁੰਦੀ ਹੈ ਵੀ ਨੋਟਿਸ ਹੋਣਾ, ਉਹਦੇ ਤੋਂ ਬਾਅਦ ਇਹ ਸਿਸਟਮ ਜਿਹੜਾ ਹੈਗਾ ਚੱਲਦਾ ਰਿਹਾ। ਉਹਦੇ ਤੋਂ ਬਾਅਦ ਜਿਹੜਾ ਕੇਂਦਰ ਸਰਕਾਰ ਤੇ ਇੱਕ ਆਮ ਵਿਅਕਤੀ ਦਾ ਮੁਕਾਬਲਾ ਕੋਈ ਨਹੀਂਗਾ। ਉਹਨਾਂ ਨੇ ਮਤਲਬ ਕਿ ਇਸ ਚੀਜ਼ ਨੂੰ ਸੀਰੀਅਸ ਨਹੀਂ ਲਿਆ ਸੀਗਾ।
ਉਹ ਐਦਾਂ ਹੀ ਸਿਸਟਮ ਚੱਲਦਾ ਰਿਹਾ ਸੀ ਰੋਜ਼ਾਨਾ, ਮਤਲਬ ਕਿ ਜਦੋਂ ਵੀ ਕੋਈ ਮਹੀਨੇ ਬਾਅਦ 2 ਮਹੀਨਿਆਂ ਬਾਅਦ ਜਦੋਂ ਵੀ ਕੋਈ ਤਰੀਕ ਹੁੰਦੀ ਉਦੋਂ ਨਿੱਤ ਨਵਾਂ ਕੋਈ ਬਹਾਨਾ ਹੁੰਦਾ ਸੀ। ਪਰ ਸੁਪਰੀਮ ਕੋਰਟ ਮਾਨਯੋਗ ਅਦਾਲਤ ਇੰਨੀ ਕੁ ਮਤਲਬ ਕਿ ਸਖਤ ਹੋਈ ਵੀ ਉਹਨਾਂ ਨੇ ਕੇਂਦਰ ਸਰਕਾਰ ਨੂੰ 2015 ਦੇ ਵਿੱਚ 25,000 ਰੁਪਏ ਦਾ ਜੁਰਮਾਨਾ ਵੀ ਕੀਤਾ। ਉਹਦੇ ਤੋਂ ਬਾਅਦ ਹੀ 2016 ਦੇ ਜਨਵਰੀ ਮਹੀਨੇ 'ਚ ਪ੍ਰਧਾਨ ਮੰਤਰੀ ਬੀਮਾ ਯੋਜਨਾ ਸ਼ੁਰੂ ਹੋਈ ਸੀ। ਹਾਲਾਂਕਿ ਜਿਹੜੀ ਉਹ ਪ੍ਰਧਾਨ ਮੰਤਰੀ ਬੀਮਾ ਯੋਜਨਾ ਹੈ ਉਹ ਮਤਲਬ ਕਿ ਡਾਕਟਰ MS ਸਵਾਮੀਨਾਥਨ ਦੀ ਰਿਪੋਰਟ ਦੀ ਤਰ੍ਹਾਂ ਨਹੀਂ ਹੈ ਉਹਦੇ ਮੁਕਾਬਲੇ, ਕਿਉਂਕਿ ਉਹਦੇ ਜਿਹੜਾ ਪ੍ਰਿੰਸੀਪਲ ਹੈ, ਜਿਹੜੀ ਪ੍ਰਿੰਸੀਪਲ ਲੈਂਦੇ ਨੇ ਕਿਸਾਨ ਤੋਂ, ਉਹਦਾ ਤੇ ਸਵਾਮੀਨਾਥਨ ਦੀ ਜਿਹੜਾ ਰਿਪੋਰਟ ਦੇ ਵਿੱਚ ਜਿਹੜਾ ਹੈਗਾ ਬੜਾ ਫਰਕ ਹੈ। ਜਿਹੜੀ ਰਹੀ ਗੱਲ ਵੀ ਸੁਸਾਈਡ ਦੀ, ਸਵਾਮੀਨਾਥਨ ਰਿਪੋਰਟ ਦੇ ਵਿੱਚ ਇਹ ਹੈ ਵੀ ਜਿਹੜਾ ਤੁਸੀਂ ਇੱਕ ਕਿਸਾਨ ਪਲੱਸ ਉਹਦੀ ਵਾਈਫ, ਉਹਦੇ ਫਾਦਰ ਮਦਰ, ਮਤਲਬ ਕਿ 5 ਜੀਆਂ ਦੀ ਉਹਦੀ ਜਿਹੜੀ ਹੈਗੀ ਹੈ ਕਿਸਾਨ ਦੇ ਪਰਿਵਾਰ ਦੀ ਲੇਬਰ ਵਿੱਚ ਜੁੜ ਕੇ ਫਿਰ ਉਹਦਾ 50% ਮਤਲਬ ਕਿ ਜਿਹੜਾ ਹੈਗਾ ਮਾਰਜਨ ਮਨੀ ਤੈਅ ਹੋਣਾ ਸੀਗਾ। ਤੁਸੀਂ ਡਿਬੇਟਾਂ ਹੁੰਦੀਆਂ ਸੁਣੀਆਂ ਹੋਣੀਆਂ, ਉੱਥੇ ਤੁਸੀਂ ਸੁਣਿਆ ਹੋਣਾ ਵੀ C1 C2, ਉਹ ਜਿਹੜਾ C2 ਹੈ, C2 ਦਾ ਉਹਦਾ ਮਤਲਬ ਇਹੀ ਹੈ ਵੀ ਜਿਹੜੀ ਕਿਸਾਨ ਦੀ ਫੈਮਿਲੀ ਦੀ ਇਨਕਮ ਜਿਹੜੀ ਹੈਗੀ ਹੈ ਉਹਦੀ ਮਤਲਬ ਕਿ ਜਿਹੜੀ ਹੈਗੀ ਹੈ ਲੇਬਰ ਕੋਸਟ ਕਹਿ ਲਓ ਜਾਂ ਕੁਛ ਕਹਿ ਲਓ ਵੀ ਉਹ ਵਿੱਚ ਜੋੜ ਕੇ ਉਹਦੇ ਤੇ ਫਿਰ ਉਹਦਾ ਜਿਹੜਾ ਹੈਗਾ ਮਾਰਜਨ ਮਨੀ ਤੈਅ ਹੋਣਾ। ਹੁਣ ਤਰਾਸਦੀ ਕੀ ਹੈ ਵੀਰ ਜੀ ਆਪਣੇ ਦੇਸ਼ 'ਚ, ਜਿਹੜੀ ਮੈਂ ਤੁਹਾਨੂੰ ਤਰਾਸਦੀ ਦੱਸਣ ਲੱਗਿਆ, ਸਭ ਤੋਂ ਪਹਿਲਾਂ ਤਾਂ ਜਿਹੜੀ ਭੂਮੀ ਦੀ ਵੰਡ ਹੈ ਉਹ ਹੀ ਨਹੀਂ ਸਹੀ ਹੋਏਗੀ। ਅੱਛਾ, 10% ਲੋਕਾਂ ਕੋਲੇ 54% ਜਿਹੜੀ ਜ਼ਮੀਨ ਹੈ, 90% ਲੋਕਾਂ ਕੋਲ 50% ਲੋਕਾਂ ਕੋਲੇ 3% ਜ਼ਮੀਨ ਹੈ। ਅੱਛਾ, ਬਾਕੀ ਜਿਹੜਾ ਮੱਧ ਵਰਗ ਰਹਿ ਗਿਆ ਵਿਚਲਾ, ਮਤਲਬ ਇਹ ਇੰਨੀ ਉਹ ਕਾਣੀ ਵੰਡ ਦੀ ਤਰ੍ਹਾਂ ਵੰਡ ਹੈ ਇਹ ਪਹਿਲਾਂ ਹੀ ਸ਼ੁਰੂ ਤੋਂ ਗਰੀਬੀ ਦਾ ਵੀ ਮਤਲਬ ਪਾੜਾ, ਐਡਾ ਵੱਡਾ ਪਾੜਾ ਹੈ। ਹੁਣ ਤੁਸੀਂ ਦੇਖ ਲਓ ਐਡਾ ਵੱਡਾ ਪਾੜਾ ਇਹ ਪੂਰਾ ਹੀ ਨਹੀਂ ਨਾ ਹੋਣਾਗਾ ਇਹ, ਪਰ ਇਹ ਆਮ ਲੋਕਾਂ ਦੇ ਆਮ ਬੰਦਿਆਂ ਦੇ ਗੱਲਾਂ ਇਹ ਜਿਹੜੀਆਂ ਹੈਗੀਆਂ ਸਮਝ ਨਹੀਂ ਆਉਂਦੀਆਂ। ਇਹ ਅੰਕੜਿਆਂ ਦੇ ਅਨੁਸਾਰ ਤੁਹਾਨੂੰ ਮੈਂ ਦੱਸ ਰਿਹਾ ਵੀ ਐਡਾ ਵੱਡਾ ਪਾੜਾ ਹੈ। ਔਰ ਇਸ ਪਾੜੇ ਦੀ ਵੀ ਹੁਣ ਤੁਸੀਂ ਅਗਲੀ ਗੱਲ ਸੁਣ ਲਓ ਵੀ ਜਿੱਦਾਂ ਹੁਣ ਮੰਨ ਲਓ ਜਿੱਦਾਂ ਮੈਂ ਤੁਹਾਡੇ ਕੋਲ ਵਾਈਟ ਫਲਾਈ ਦੀ ਗੱਲ ਕਰਤੀ, ਚਿੱਟੀ ਮੱਖੀ ਦੀ, ਜਾਂ ਜਿੱਦਾਂ ਹੁਣ ਉਹ ਆ ਗਿਆ ਗੁਲਾਬੀ ਸੁੰਡੀ ਆ ਗਈ ਨਰਮੇ ਤੇ, ਇਸ ਤਰ੍ਹਾਂ ਜਿਹੜਾ ਇਹ ਜਾਂ COVID-19 ਜਦੋਂ ਆਇਆ ਉਹਦੇ ਵਿੱਚ ਵੀ ਲੋਕਾਂ ਨੂੰ ਜਿਹੜੀ ਹੈਗੀ ਆਰਥਿਕ ਦਾ ਤੌਰ ਤੇ ਬਹੁਤ ਵੱਡੀ ਜਿਹੜੀ ਮਾਰ ਪਈ ਹੈ। ਉਹ ਮਾਰ ਨਾਲ ਕਿਉਂਕਿ ਜਿਹੜੀ ਦੇਸ਼ ਜਦੋਂ ਆਪਣੇ ਦੇਸ਼ ਦੇ ਜੇ 6ਵੀਂ ਕਲਾਸ ਦੇ ਦੂਜੀ ਕਲਾਸ ਦੇ ਜਾਂ ਤੀਸਰੀ ਕਲਾਸ ਦੇ ਬੱਚੇ ਨੂੰ ਵੀ ਜੇ ਪੁੱਛੀਏ ਵੀ ਆਪਣੇ ਦੇਸ਼ ਦਾ ਮੁੱਖ ਕਾਰੋਬਾਰ ਕੀ ਹੈ ਤਾਂ ਉਹ ਦੱਸ ਦੂਗਾ ਵੀ ਐਗਰੀਕਲਚਰ ਹੈ। ਲੇਕਿਨ ਹਿੰਦੁਸਤਾਨ ਦੀ ਜਿਹੜੀ ਗਵਰਨਮੈਂਟ ਹੈ ਇਹਨਾਂ ਦੇ ਪਤਾ ਨਹੀਂ ਕੀ ਇਹਨਾਂ ਦੇ ਪੇਟ ਦੇ ਵਿੱਚ ਵੀ ਕੀ ਸਟੀਲ ਹੈਡ ਨਾੜੀਆਂ ਪਾਈਆਂ, ਦਿਮਾਗ 'ਚ ਵੀ ਪਤਾ ਨਹੀਂ ਕੀ ਸਟੀਲ ਹੈਡ ਨਾੜੀਆਂ ਨੇ, ਜਿਹੜੀ ਇਹਨਾਂ ਨੂੰ ਇਸ ਗੱਲ ਦੀ ਸਮਝ ਹੁੰਦਿਆਂ ਹੋਇਆਂ ਵੀ ਇਹ ਕਿਸਾਨ ਨੂੰ ਔਰ ਮਜ਼ਦੂਰ ਨੂੰ ਜਿਹੜਾ ਹੈਗਾ ਇਗਨੋਰ ਕਰ ਰਹੇ ਹੈ। ਔਰ ਜਿਹੜੀ ਗੱਲ ਮੈਂ ਕਰਦਾ ਸੀਗਾ ਤੁਹਾਡੇ ਕੋਲ COVID-19 ਤੋਂ ਵੀ ਇਹ ਹਿੱਸਾ ਵੀ ਨਹੀਂ ਰਿਹਾ ਜਿਹੜਾ ਭੂਮੀ ਵੰਡ ਦਾ, ਉਹ ਕਿਵੇਂ ਖਤਮ ਹੋਇਆ। ਉਹਦੇ 'ਚ ਕੀ ਹੈ ਵੀ ਜਿਹੜੇ ਲੋਕਾਂ ਕੋਲੇ 50% ਲੋਕਾਂ ਕੋਲੇ 3% ਜ਼ਮੀਨ ਸੀਗੀ, ਉਹ ਲੋਕਾਂ ਨੇ ਵੀ ਆਰਥਿਕ ਤੰਗੀਆਂ ਤੋਂ ਆ ਕੇ ਉਹ 3% ਜ਼ਮੀਨ ਵੇਚਤੀ। ਉਹਨਾਂ ਕੋਲੇ ਜ਼ਮੀਨ ਕਿੰਨੀ ਰਹਿ ਗਈ? 50% ਲੋਕਾਂ ਕੋਲੇ 0, 10% ਲੋਕਾਂ ਕੋਲੇ ਜ਼ਮੀਨ ਸੀਗੀ, 54% ਉਹਨਾਂ ਕੋਲੇ ਕਿੰਨੀ ਹੋ ਗਈ? 57%। ਇਹ ਬਹੁਤ ਵੱਡਾ ਪਾੜਾ ਆਪਣੇ ਦੇਸ਼ ਦਾ ਜੀ। ਇਸੇ ਪਾੜੇ ਨੂੰ ਇਹ ਘਟਨਾ ਤਾਂ ਨਹੀਂ ਵਧਣਾ ਹੀ ਹੈ, ਕਿਉਂਕਿ ਜਿਹੜਾ ਗਰੀਬ ਉਹਨੇ ਹੋਰ ਗਰੀਬ ਹੋਣਾ, ਤੇ ਉਹਨੂੰ ਲੋੜ ਪੈਣੀ ਹੈ ਆਪਣੀ, ਜਿਹੜਾ ਉਹਦੇ ਕੋਲ ਪੱਲੇ ਕੁਛ ਹੈਗਾ ਤਾਂ ਉਹਨੇ ਵੇਚਣਾ ਹੀ ਹੈ, ਤੇ ਅਮੀਰ ਨੇ ਖਰੀਦਣੀ ਹੈ, ਤੇ ਵਧਣਾ ਹੀ ਹੈ ਪਾੜਾ। ਹਾਂਜੀ, ਇਹ ਪਾੜਾ ਵਧਣਾ। ਇਹ ਪਾੜੇ ਨੂੰ ਆਪਣੇ ਨੂੰ ਕੀ ਕਰਦੀਆਂ ਨੇ ਗੌਰਮੈਂਟ, ਜਿੱਦਾਂ ਹੁਣ ਮੰਨ ਲਓ ਨੈਸ਼ਨਲ ਇਨਕਮ ਦਿਖਾਉਂਦੀਆਂ ਜਿਹੜੀਆਂ, ਉਹਦੇ ਵਿੱਚ ਕੀ ਕਰਦੀਆਂ ਨੇ, ਉਹਦੇ ਵਿੱਚ ਉਹ ਜਿਹੜੇ ਬੰਦਿਆਂ ਦੀ ਮੰਨ ਲਓ 50% ਬੰਦਿਆਂ ਕੋਲੇ ਜ਼ਮੀਨ ਤਾਂ 0 ਰਹੇਗੀ, ਉਹਨਾਂ ਦੀ ਇਨਕਮ ਵੀ ਵਿੱਚ ਹੈ, ਤੇ ਜਿਹੜੇ ਅਡਾਨੀ ਬਾਨੀ ਹੈ ਉਹਨਾਂ ਦੀ ਵੀ ਵਿੱਚ ਹੈ, ਸਾਰਿਆਂ ਦੀ ਮਿਲਾ ਕੇ ਕਹਿ ਦਿੰਦੇ ਨੇ ਸਾਡੇ ਦੇਸ਼ ਦੀ ਇੰਨੀ ਇਨਕਮ ਹੈ। ਅੱਛਾ, ਜਿਹੜੀਆਂ ਗੱਲਾਂ ਹੁੰਦੀਆਂ ਨੇ ਆਪਣੇ ਮੁਲਕ ਦੇ ਵਿੱਚ ਵੀ ਅਸੀਂ ਇੰਡੀਆ ਨੂੰ ਡਿਜੀਟਲ ਬਣਾਤਾ, ਪਰ ਉਹ ਡਿਜੀਟਲ ਹੈ ਕਿੱਥੇ? ਮੈਨੂੰ ਇਹ ਸਮਝ ਨਹੀਂ ਆਈ। ਤੁਸੀਂ ਸਮਝਦੇ ਹੋ? ਤੁਸੀਂ ਦੱਸੋ ਵੀਰ ਜੀ ਮੈਨੂੰ ਵੀ, ਇੱਕ ਬੁਲਟ ਟ੍ਰੇਨ ਚਲਾ ਕੇ ਜਾਂ ਇੱਕ ਸਟੇਸ਼ਨ ਦੇ ਉੱਪਰ ਤੁਸੀਂ ਉੱਥੇ ਤੇ ਹੋਟਲ ਬਣਾ ਕੇ ਤੁਹਾਨੂੰ ਲੱਗਦਾ ਹੈ ਵੀ ਦੇਸ਼ ਮਤਲਬ ਕਿ ਡਿਜੀਟਲ ਬਣ ਜਾਊਗਾ? ਤੁਹਾਨੂੰ ਲੱਗਦਾ ਹੈ ਉਸੇ ਚੈਨਲ ਤੇ ਸਰਕਾਰੀ ਕੇਂਦਰ ਸਰਕਾਰ ਦੀ ਐਡ ਆਉਂਦੀ ਹੈ, ਆ ਪਿੱਛੇ ਜੇ ਆਉਂਦੀ ਰਹੀ ਹੈ ਐਡ ਆਉਂਦੀ ਹੈ ਡਿਜੀਟਲ ਇੰਡੀਆ ਦੀ, ਵੀ ਅਸੀਂ ਇੰਡੀਆ ਨੂੰ ਡਿਜੀਟਲ ਬਣਾਤਾ, ਤੇ 15 ਹੀ ਸਕਿੰਟਾਂ ਬਾਅਦ ਉਸੇ ਚੈਨਲ ਤੇ ਐਡ ਆਉਂਦੀ ਹੈ ਵੀ ਘਰ ਮੇਂ ਸ਼ੌਚਾਲਿਆ ਬਣਾਏ।
ਹੁਣ ਜਿਹੜੇ ਮੁਲਕ ਦੇ ਵਿੱਚ ਹਜੇ ਤੱਕ ਸ਼ੌਚਾਲਿਆ ਨਹੀਂ ਬਣਿਆਗਾ ਉਹਦੀ ਤੁਸੀਂ ਐਡ ਕਰੀ ਜਾਂਦੇ ਆ ਡਿਜੀਟਲ ਬਣ ਗਿਆ ਤੇ ਤੁਸੀਂ ਡਿਜੀਟਲ ਕਿੱਥੋਂ ਬਣਾ ਲਓਗੇ? ਜੇ ਤੁਸੀਂ ਡਿਜੀਟਲ ਕਿਸਾਨ ਨੂੰ ਮਜ਼ਦੂਰ ਨੂੰ ਲਤੜ ਕੇ ਬਣਾ ਲਓਗੇ ਉਹ ਨਹੀਂ ਬਣ ਸਕਦਾ ਨਾ। ਰਹੀ ਗੱਲ ਵੀ ਜਿਹੜੀ ਦੇਸ਼ ਦੀ, ਹੁਣ ਤੁਸੀਂ ਐਤਕੀ ਇੱਕ ਚੀਜ਼ ਉਹ ਚੈਨਲਾਂ ਦੇ ਥੱਲੇ ਐਡ ਚੱਲ ਰਹੀ ਹੁੰਦੀ ਜੀ, ਡਿਜੀਟਲ ਬਣ ਗਿਆ ਉੱਤੇ ਖਬਰ ਚੱਲ ਰਹੀ ਹੁੰਦੀ ਕਿ ਕਿਸਾਨ ਨੇ ਖੁਦਕੁਸ਼ੀ ਕਰ ਲਈ। ਹੁਣ ਜਿਹੜਾ ਖੁਦਕੁਸ਼ੀਆਂ ਦਾ ਜਿਹੜਾ ਅੰਕੜਾ ਹੈ ਉਹ ਬਹੁਤ ਜ਼ਿਆਦਾ ਮਤਲਬ ਕਿ ਜਿਹੜਾ ਹੈਗਾ ਖੁਦਕੁਸ਼ੀਆਂ ਦਾ ਅੰਕੜਾ ਜਿਹੜਾ ਲੰਬਾ ਜਾ ਚੁੱਕਿਆ। ਔਰ ਜਿਹੜੇ ਕਰਜ਼ੇ ਨੇ ਖੁਦਕੁਸ਼ੀਆਂ ਤੇ ਉਹ ਪਤਾ ਕਿੰਨੇ ਨੇ? ਮਤਲਬ ਕਿ ਕਿਸੇ ਸਿਰ 7 ਲੱਖ, ਕਿਸੇ ਸਿਰ 10 ਲੱਖ, ਕਿਸੇ ਸਿਰ 15 ਲੱਖ। ਖੁਦਕੁਸ਼ੀਆਂ ਦੇ ਕੋਈ ਐਡੇ ਬਹੁਤੇ ਵੱਡੇ ਕਰੋੜਾਂ ਦੇ ਕਰਜ਼ੇ ਨਹੀਂ, ਛੋਟੇ ਛੋਟੇ ਕਰਜ਼ਿਆਂ ਨਾਲ ਜਿਹੜਾ ਸਾਡਾ ਕਿਸਾਨ ਔਰ ਸਾਡਾ ਜਿਹੜਾ ਮਜ਼ਦੂਰ ਮਤਲਬ ਕਿ ਮਰ ਰਿਹਾ ਤੇ ਦੇਸ਼ ਜਿਹੜੀ ਹੈਗੀ ਹੈ ਉਹ ਧਿਆਨ ਨਹੀਂ ਦੇ ਰਿਹਾ ਕਿਸੇ ਨੇ। ਹੁਣ ਤੁਹਾਨੂੰ ਮੈਂ ਲੇਟੈਸਟ ਐਗਜ਼ਾਮਪਲ ਇੱਕ ਪੰਜਾਬ ਗੌਰਮੈਂਟ ਦੀ ਦੇ ਦਿੰਦਾ। ਤੁਸੀਂ ਬੱਸਾਂ ਵੇਖੀਆਂ ਹੋਣਗੀਆਂ PRTC ਦੀਆਂ, ਤੁਸੀਂ ਬੱਸਾਂ ਵੇਖੀਆਂ ਹੋਣਗੀਆਂ ਪੰਜਾਬ ਰੋਡਵੇਜ਼ ਦੀਆਂ, ਉਹਨਾਂ ਦੇ ਉੱਤੇ ਪਹਿਲਾਂ ਕੈਪਟਨ ਸਾਹਿਬ ਦੇ ਬੋਰਡ ਲੱਗੇ ਸੀਗੇ, ਹੁਣ ਉਹਨਾਂ ਦੇ ਚੰਨੀ ਸਾਹਿਬ ਦੇ ਬੋਰਡ ਲੱਗ ਗਏ ਹੈ। ਲਗਭਗ ਮਤਲਬ ਕਿ ਜਿਹੜਾ ਹੈਗਾ 59-60 ਲੱਖ ਰੁਪਇਆ ਉਦੋਂ ਲੱਗਿਆ ਸੀਗਾ, ਉਦੋਂ ਵੱਧ ਹੁਣ ਲੱਗਿਆ ਹੈ। ਇੱਥੋਂ ਤੱਕ ਕਿ ਉਹਨਾਂ ਨੇ ਜਿਹੜੀਆਂ ਘੋੜੇ ਵਾਲੀਆਂ ਬੱਸਾਂ ਜਿਹਨਾਂ ਨੂੰ ਆਪਾਂ ਬੋਲਦੇ ਸੀਗੇ, ਉਹ ਘੋੜੇ ਦੇ ਲੋਗੋ ਤੇ ਵੀ ਕਈਆਂ ਦੇ ਤਾਂ ਫੋਟੋਆਂ ਲੱਗੀਆਂ ਪਈਆਂ। ਅੱਛਾ ਹੈਪੀ ਮਾਨ ਜੀ, ਤੁਸੀਂ ਕਾਫੀ ਕਾਬਲੀਅਤ ਰੱਖਦੇ ਹੋ, ਇਸ ਚੀਜ਼ ਦੀ ਸਮਝ ਰੱਖਦੇ ਹੋ, PIL ਪਾ ਕੇ ਤੁਸੀਂ ਇੰਨੇ ਪਾਵਰਫੁਲ ਬੰਦੇ ਦੀ ਸਰਕਾਰ ਨੂੰ 25,000 ਦਾ ਜੁਰਮਾਨਾ ਕਰਵਾਤਾ। ਇੱਕ ਗੱਲ ਮੈਂ ਤੁਹਾਨੂੰ ਪੁੱਛਦਾ, ਜਿਹੜਾ ਇਲਾਕੇ 'ਚ ਤੁਸੀਂ ਬਿਲੋਂਗ ਕਰਦੇ ਹੋ ਗਿੱਦੜਬਾਹਾ, ਖਾਸ ਕਰਕੇ ਉਸ ਇਲਾਕੇ ਨੂੰ ਨਜ਼ਰ ਦੇ ਵਿੱਚ ਰੱਖ ਕੇ ਗੱਲ ਕਰਿਓ। ਜਿਹੜੇ ਇਲਾਕੇ ਦੇ ਵਿੱਚ ਮੁਕਤਸਰ ਦੇ ਵਿੱਚ, ਫਰੀਦਕੋਟ ਦੇ ਵਿੱਚ ਲੀਡਰੀ ਵੀ ਜ਼ਿਆਦਾ ਹੈ। ਜਦੋਂ ਕਰਜ਼ੇ ਦੀ ਗੱਲ ਆਉਂਦੀ ਹੈ ਨਾ, ਜਿਹੜੇ ਲੋਕ ਕਿਸਾਨੀ ਨਾਲ ਬਿਲੋਂਗ ਨਹੀਂ ਕਰਦੇ, ਕਿਸਾਨੀ ਨਾਲ ਸੰਬੰਧ ਨਹੀਂ ਰੱਖਦੇ, ਉਹ ਲੋਕ ਕਹਿ ਦਿੰਦੇ ਵੀ ਕਰਜ਼ਾ ਇਹਨਾਂ ਨੇ ਲਿਆ ਸੀ ਤਾਂ ਮਾਫ਼ ਕਾਹਤੋਂ ਕਰੀਏ, ਕਾਹਤੋਂ ਸਰਕਾਰ ਮਾਫ਼ ਕਰੇ। ਉਹ ਇਹ ਇਲਜ਼ਾਮ ਲਾਉਂਦੇ, ਕਹਿੰਦੇ ਵੀ ਜਿਹੜੇ ਲੀਡਰਾਂ ਦੇ ਮੁੰਡੇ ਇਹਨਾਂ ਦੇ ਗਿੱਟਿਆਂ ਤੱਕ ਕੁੜਤੇ ਪਜਾਮੇ ਪਾਏ ਹੁੰਦੇ ਆ, ਥੱਲੇ ਫੋਰਚੂਨਰ ਗੱਡੀ ਹੁੰਦੀ ਹੈ, ਵਧੀਆ ਸਰਦਾਰੀ ਨਾਲ ਰਹਿੰਦੇ, ਔਰ ਲਿਮਟਾਂ ਇਹਨਾਂ ਦੀਆਂ 35-35 40-40 ਲੱਖ ਦੀਆਂ ਹੁੰਦੀਆਂ। ਇਹਦੇ ਵਿੱਚ ਕਿੰਨੀ ਸੱਚਾਈ ਹੈ? ਜਿਹੜੇ ਆਪਣੇ ਮੁਕਤਸਰ ਦੇ ਖਾਸ ਕਰਕੇ ਫਰੀਦਕੋਟ ਦੇ ਇਲਾਕੇ ਦੇ ਜਾਂ ਮਾਲਵੇ ਇਲਾਕੇ ਦੇ ਮੁੰਡੇ ਨੇ ਜਾਂ ਕਿਸਾਨ ਨੇ, ਉੱਧਰ ਵਿਆਹਾਂ 'ਤੇ ਜ਼ਿਆਦਾ ਖਰਚ ਕੀਤੇ ਜਾਂਦੇ ਨੇ, ਕਹਿੰਦੇ ਨੇ ਉਹਦੇ ਕਰਕੇ ਕਰਜ਼ਾ ਜ਼ਿਆਦਾ ਚੜ੍ਹਦਾ। ਜਿਹੜਾ ਫਸਲ ਹੁੰਦੀ ਹੈ, ਜਿਹੜੀ 40-45 ਕਿੱਲੇ ਵਾਲਾ ਜਿਹੜਾ ਜੱਟ ਹੈ ਜਾਂ ਕਿਸਾਨ ਆ, ਉਹਦੇ 'ਤੇ ਵੀ ਮਤਲਬ ਬਹੁਤ ਉਹ ਕਰਜ਼ਾ ਹੈ। 40-45 ਕਿੱਲੇ ਵਾਲਾ ਵਧੀਆ ਘਰ ਚਲਾ ਸਕਦਾ, ਪਰ ਉਹ 'ਤੇ ਕਰਜ਼ਾ ਇਸ ਕਰਕੇ ਹੁੰਦਾ ਕਿਉਂਕਿ ਉਹ ਹੱਡੀਆਂ ਚੱਕ ਕੇ ਫਾਹਾ ਲੈਂਦਾ, ਜਾਂ ਕੋਈ ਇਲੈਕਸ਼ਨਾਂ 'ਚ ਪੰਗੇ ਲੈਂਦਾ, ਜਾਂ ਕੁੜੀ ਦੇ ਵਿਆਹ 'ਤੇ ਬਹੁਤ ਕਰੋੜਾਂ ਰੁਪਈਆ ਖਰਚਦਾ, ਕੁਛ ਐਸੀਆਂ ਗੱਲਾਂ, ਜਾਂ ਗੱਡੀਆਂ ਜਾਂ ਸ਼ੌਂਕ। ਹੁਣ ਉਹ ਲੋਕ ਜਿਹੜੇ ਤੁਹਾਡੇ ਬਹੁਤ ਸਾਰੇ ਸਵਾਲ ਹੈ ਤੇ ਮੈਂ ਇੱਕੋ ਆਨਸਰ 'ਚ ਉਹਦਾ ਜਵਾਬ ਦੇਣਾ। ਮਤਲਬ ਕਿ ਹੁਣ ਉਹ ਲੋਕ ਜਿਹੜੇ ਲੋਕ ਇਹ ਸਵਾਲ ਕਰਦੇ ਨੇ, ਉਹ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਉਹ ਮਤਲਬ ਕਿ ਹੁਣ ਸੁਣਨ ਦਾ ਨਾ ਥੋੜ੍ਹਾ ਜਿਹਾ ਠਰਮਾ ਰੱਖਣ। ਮੇਰਾ ਜਿਹੜਾ ਆਨਸਰ ਹੈ ਉਹ ਥੋੜ੍ਹਾ ਜਿਹਾ ਲੰਮਾ ਹੈ ਤੇ ਧਿਆਨ ਨਾਲ ਸੁਣ ਲੈਣ ਤੇ ਸਾਰੀਆਂ ਗੱਲਾਂ ਉਹਦੇ ਵਿੱਚ ਆ ਜਾਣੀਆਂ। ਤੁਸੀਂ ਗੱਲ ਸ਼ੁਰੂ ਕੀਤੀ ਸੀਗੀ ਵੀ ਜਿਹੜੇ ਹੈਗੇ ਨੇ ਉਹ ਜਿਹੜੀ ਸਬਸਿਡੀਆਂ ਨੇ ਉਹਨਾਂ ਨੂੰ ਮਿਲਦੀਆਂ ਨੇ, ਜਾਂ ਕਿਸਾਨੀ ਕਰਜ਼ਾ ਜਿਹੜਾ ਹੈਗਾ ਉਹ ਕਹਿੰਦੇ ਮਾਫ਼ ਨਹੀਂ ਹੋਣਾ ਚਾਹੀਦਾ। ਇੱਥੋਂ ਸ਼ੁਰੂ ਕੀਤੀ ਸੀਗੀ ਤੁਸੀਂ ਗੱਲ, ਜਿਹੜੇ ਕਿਸਾਨੀ ਨਾਲ ਸੰਬੰਧ ਨਹੀਂ ਰੱਖਦੇ। ਮੈਂ ਉਹਨਾਂ ਲੋਕਾਂ ਨੂੰ ਇੱਕ ਗੱਲ ਸਮਝਾਉਣਾ ਚਾਹੁੰਦਾ ਵੀ 1971 ਦੇ ਵਿੱਚ ਪੇ ਕਮਿਸ਼ਨ ਆਇਆ ਸੀ ਜੀ। ਅੱਜ 7ਵਾਂ ਪੇ ਕਮਿਸ਼ਨ ਦੇਸ਼ ਦੇ ਵਿੱਚ ਲਾਗੂ ਹੋ ਗਿਆ। 10 ਸਾਲ ਬਾਅਦ ਪੇ ਕਮਿਸ਼ਨ ਜਿਹੜਾ ਹੈਗਾ ਆਉਂਦਾ ਹੈ। 1971 ਦੇ ਵਿੱਚ ਜਿਹੜੇ PN ਦੀ ਆਪਾਂ ਸੈਲਰੀ ਸੀਗੀ, ਮੰਨ ਲਓ 30 ਰੁਪਏ ਜਾਂ 40 ਰੁਪਏ ਸੀਗੇ, ਉਹ ਵੀ ਅੱਜ 40 ਤੋਂ 50,000 ਹੋ ਗਈ ਹੈ। ਤੇ ਜਿਹੜੇ ਟੀਚਰ ਦੀ ਤਨਖਾਹ 150 ਰੁਪਇਆ ਸੀ, ਉਹ ਵੀ ਅੱਜ 65,000 ਹੋ ਗਈ ਹੈ। ਜਿਹੜੇ 100 ਰੁਪਇਆ ਸੀਗਾ ਮਤਲਬ ਕਿ ਕਿਸੇ ਦੀ ਇਨਕਮ ਉਦਯੋਗਪਤੀ ਦੀ, ਉਹਦੀ ਵੀ ਅੱਜ 1000 ਗੁਣਾ ਵੱਧ ਗਈ ਹੈ। 1 ਤੋਂ ਲੈ ਕੇ 150, 1 ਤੋਂ ਲੈ ਕੇ 1000 ਗੁਣਾ ਉਹਨਾਂ ਦੀਆਂ ਇਨਕਮਾਂ ਵੱਧ ਗਈਆਂ। ਤੇ ਕਿਸਾਨ 1971 ਤੋਂ ਲੈ ਕੇ ਤੇ ਅੱਜ ਤੱਕ ਪਤਾ ਕਿੰਨਾ ਵਧਿਆ? 19 ਗੁਣਾ, ਸਿਰਫ 19 ਗੁਣਾ। ਉਹਨਾਂ ਲੋਕਾਂ ਨੂੰ ਮਤਲਬ ਕਿ ਜਾਂ ਤਾਂ ਜਿਹੜੇ ਲੋਕ ਇਹ ਗੱਲਾਂ ਕਰਦੇ ਆ ਜਿਨ੍ਹਾਂ ਦੀ ਇਨਕਮ ਵੱਧ ਗਈ ਆ, ਉਹਨਾਂ ਲੋਕਾਂ ਨੂੰ ਜਾਂ ਤਾਂ ਬੈਕ ਕਰਕੇ 19 ਗੁਣਾ ਤੇ ਲੈ ਆਉਣ, ਤੇ ਜਾਂ ਮਤਲਬ ਕਿ ਕਿਸਾਨ ਨੂੰ ਉਹਨਾਂ ਦੇ ਬਰਾਬਰ ਕਰ ਦੇਣ। ਜੇ ਤਾਂ ਉਹਨਾਂ ਨੂੰ ਕਿਸਾਨ ਨੂੰ ਉਹਨਾਂ ਦੇ ਬਰਾਬਰ ਕਰਤਾ, ਫਿਰ ਤਾਂ ਮਤਲਬ ਕਿ ਜਿਹੜਾ ਹੈਗਾ ਵੀ ਕਿਸਾਨ ਨੂੰ ਸਬਸਿਡੀਆਂ ਨਾ ਦੇਣ, ਕਿਸਾਨ ਦਾ ਜਿਹੜਾ ਕਰਜ਼ਾ ਹੈ ਉਹ ਨਾ ਮਾਫ਼ ਕਰਨ। ਪਰ ਕਿਸਾਨ ਦਾ ਕਰਜ਼ਾ ਭਾਵੇਂ ਵੀਰ ਜੀ ਮਾਫ਼ ਨਾ ਕਰਨ, ਪਰ ਮੈਂ ਇੱਕ ਦਿਲ 'ਤੇ ਹੱਥ ਰੱਖ ਕੇ ਕਹਿਣਾ ਵੀ ਸਰਕਾਰ ਕੋਈ ਵੀ ਹੈ, ਚਾਹੇ ਮੈਂ ਕਿਸੇ ਇੱਕ ਪਾਰਟੀ ਦਾ ਨਾਂ ਨਹੀਂ ਲੈਂਦਾ ਗਾ, ਕਿਸਾਨ ਨਾਲ ਝੂਠਾ ਵਾਅਦਾ ਨਾ ਕਰਨ। ਐਤਕੀ ਤਰਾਸ ਦੀ ਤਸਵੀਰ ਪਤਾ ਕੀ ਹੋਈ ਹੈ? ਐਤਕੀ ਹੋਇਆ ਵੀ ਜਿਹੜੀਆਂ ਕਿਸਾਨ ਦੀਆਂ ਜਿਹੜੇ ਉਹਨਾਂ ਦੇ ਖਾਤੇ NPK 'ਚ ਚਲੇ ਗਏ ਆ, ਉਹਨਾਂ ਦੇ ਖਾਤੇ ਮਤਲਬ ਕਿ ਉਹਨਾਂ ਨੂੰ ਅੱਗੇ ਤੋਂ ਲੋਨ ਨਹੀਂ ਮਿਲੇਗਾ ਕਿ ਉਹ ਡਿਫਾਲਟਰੀ ਇੰਨੇ ਹੋ ਚੁੱਕੇ ਨੇ। ਜਿਹੜਾ ਉਹਨਾਂ ਦੇ ਵਿਆਜ ਜਿਨ੍ਹਾਂ ਦੀਆਂ ਸਹੀ ਸੀ ਲਿਮਟਾਂ, ਉਹਨਾਂ ਨੂੰ ਵੀ ਜਿਹੜੇ ਉਦੋਂ ਜ਼ਿਆਦਾ ਵਿਆਜ ਬਣ ਗਏ। ਜਿੰਨਾ ਗੌਰਮੈਂਟ ਕਹਿ ਰਹੀ ਹੈ ਵੀ ਅਸੀਂ ਜਿਹੜਾ ਛੋਟੇ ਕਿਸਾਨਾਂ ਦਾ ਇੰਨਾ ਕੁ ਮਾਫ਼ ਕਰਤਾ, ਉਦੋਂ ਵੱਧ ਤਾਂ ਵੀਰ ਜੀ ਉਹਨਾਂ ਦਾ ਵਿਆਜ ਬਣ ਗਿਆ ਜਿਹੜਾ ਹੈਗਾ। ਅੱਛਾ, ਰਹੀ ਗੱਲ ਤੁਹਾਡੀ ਉਸ ਗੱਲ ਨੂੰ ਵੀ ਮੈਂ ਸਿਰੇ ਲਾ ਦਿਆਂ, ਤੁਸੀਂ ਕਹੇ ਸੀ ਵੀ ਉਹ ਵਿਆਹਾਂ 'ਤੇ ਖਰਚੇ ਕਰਦੇ ਨੇ, ਉਹਨਾਂ ਕੋਲੇ ਗੱਡੀਆਂ ਨੇ ਫੋਰਚੂਨਰ। ਲੋਕ ਕਹਿੰਦੇ ਨੇ, ਜਿਹੜੇ ਵਿਰੋਧ ਕਰਨ ਵਾਲੇ ਲੋਕ ਕਹਿੰਦੇ ਨੇ, ਤੁਸੀਂ ਦਾ ਭਾਵ ਹੈ ਵੀ ਤੁਸੀਂ ਪਬਲਿਕ ਦੀ ਗੱਲ ਵਾਇਆ ਤੁਹਾਡੇ ਵਿੱਚ ਹੋ ਕੇ ਗਈ ਹੈ। ਮੈਂ ਇਹਦੇ ਵਿੱਚ ਇੱਕ ਗੱਲ ਹੋਰ ਤੁਹਾਡੇ ਗੱਲ ਦੇ ਵਿੱਚ ਐਡ ਕਰਦੇ ਆ
ਕਿ ਇਹਦੇ ਵਿੱਚ ਇੱਕ ਹੋਰ ਜਦੋਂ ਸਵਾਲ ਇਹ ਉੱਠਦੇ ਨੇ, ਬਹੁਤ ਵੱਡੇ ਲੋਕ ਲੈਕਚਰ ਦੇਣ ਲੱਗ ਜਾਂਦੇ ਜੀ ਇਹ ਅੱਡੀਆਂ ਜਾ ਕੇ ਫਾਹ ਲੈਂਦੇ, ਉਹ ਕਰਦੇ। ਇੱਕ ਗੱਲ ਹੈ ਵੈਸੇ, ਜਦੋਂ ਜਿਵੇਂ ਸਿੰਘੂ ਮੋਰਚਾ ਲੱਗਿਆ ਸੀ ਤਾਂ ਮੋਰਚੇ ਤੇ ਵੀ ਉੱਤੇ ਵੀ ਜਦੋਂ ਉਹ ਕੁਛ ਵੀ ਜਿਸ ਕੋਲ ਆਈਫੋਨ ਵੀ ਦੇਖ ਜਾਂਦਾ ਸੀ ਤਾਂ ਨੈਸ਼ਨਲ ਮੀਡੀਆ ਚਲਾਉਣ ਲੱਗ ਜਾਂਦਾ ਸੀ, ਜੇ ਕਿਸਾਨਾਂ ਦੇ ਮੁੰਡਿਆਂ ਕੋਲ ਤਾਂ ਆਈਫੋਨ ਹੈ ਜਾਂ ਬੁਲਟ ਹੁੰਦਾ ਸੀ ਤਾਂ ਕਹਿੰਦੇ ਇਹਨਾਂ ਕੋਲ ਤਾਂ ਬੁਲਟ ਹੈ, ਗੱਡੀ ਹੁੰਦੀ ਥਾਰ ਤੇ ਇਹਨਾਂ ਕੋਲ ਤਾਂ ਥਾਰ ਹੈ। ਇੱਕ ਗੱਲ ਸੋਚਣ ਵਾਲੀ, ਜਿਹੜਾ ਬੰਦਾ ਮਤਲਬ ਇੱਕ ਗੱਲ ਮੇਰੇ ਮਨ 'ਚ ਆਉਂਦੀ ਹੈ ਜਦੋਂ ਇਹ ਸਵਾਲ ਉੱਠਦੇ ਨੇ ਕਿ ਜਿਹੜਾ ਬੰਦਾ ਦਿਨ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਲਾਈਟਾਂ ਆਉਂਦੀਆਂ ਮੋਟਰਾਂ ਦੀਆਂ, ਉਹਨਾਂ ਜਾ ਕੇ ਸੱਪਾਂ ਦੀਆਂ ਸਿਰੀਆਂ ਤੇ ਪੈਰ ਰੱਖ ਕੇ ਪਾਣੀ ਵੱਢ ਕੇ ਕਣਕ ਨੂੰ ਪਾਲਦਾ, ਝੋਨੇ ਨੂੰ ਪਾਲਦਾ, ਤੇ ਜੇ ਉਹਦੇ ਕੋਲੇ ਗੱਡੀਆਂ ਨਾ ਹੋਣਗੀਆਂ ਤਾਂ ਤੁਹਾਡੇ ਕੋਲੇ ਘਰੇ ਬੈਠੇ ਗੱਡੀਆਂ ਹੋਣਗੀਆਂ, ਉਹ ਲੈ ਲੇ ਤਾਂ ਕਿੱਡੀ ਕੁ ਵੱਡੀ ਗੱਲ ਹੈ। ਮਤਲਬ ਕਿਸਾਨ ਦੀ ਇਹ ਗੱਲ ਦੇ ਉੱਤੇ ਪਹਿਲੀ ਗੱਲ ਤਾਂ ਸਵਾਲ ਆਉਂਦੇ ਹੀ ਕਾਹਤੋਂ ਹੈ, ਜੇ ਆਉਂਦੇ ਆ ਤਾਂ ਤੁਸੀਂ ਜਵਾਬ ਜਿੰਨਾ ਕੁ ਦੇ ਰਹੇ ਸੀ ਉਹਨੂੰ ਪੂਰਾ ਕਰ ਦਿਓ। ਤੁਹਾਡੇ ਜਿਹੜੇ ਪਹਿਲਾਂ ਇਹਦੇ ਤੇ ਵੀ ਮੈਂ ਆਊਂਗਾ, ਪਰ ਜਿਹੜੇ ਪਹਿਲਾਂ ਕੁਐਸਚਨ ਸ਼ੁਰੂ ਕੀਤੇ ਸੀ ਮੈਂ ਉਹਨਾਂ ਤੇ ਆਨਸਰ ਕਰਦੇ ਹਾਂ। ਜਿਹੜੇ ਲੋਕ ਕਹਿੰਦੇ ਨੇ ਕਿ ਕਿਸਾਨ ਅੱਡੀਆਂ ਚੱਕ ਕੇ ਫਾਹੇ ਲੈਂਦੇ ਨੇ, ਜਿਹੜੇ ਲੋਕ ਕਹਿੰਦੇ ਨੇ ਕਿ ਕਿਸਾਨਾਂ ਦੇ ਵੱਡੀਆਂ ਕੋਠੀਆਂ ਨੇ, ਬੰਗਲੇ ਨੇ, ਵੱਡੀਆਂ ਸ਼ਾਦੀਆਂ ਕਰਦੇ ਨੇ, ਉਹਨਾਂ ਲੋਕਾਂ ਨੂੰ ਮੈਂ ਇਹ ਅਪੀਲ ਕਰਦਾ ਵੀ ਉਹ ਹਾਈਵੇ ਤੇ ਜਾਂਦੇ ਸਿਰਫ 4 ਜਾਂ 5 ਕੋਠੀਆਂ ਪਿੰਡ ਦੀਆਂ, ਮਤਲਬ ਕਿ 1 ਜਾਂ 2% ਲੋਕਾਂ ਦੀਆਂ ਜਾਂ 0.5% ਲੋਕਾਂ ਦੀਆਂ ਨਾ ਦੇਖ ਲਿਆ ਕਰਨ ਵੀ ਵੱਡੀਆਂ ਕੋਠੀਆਂ ਨੇ, ਵੱਡੀਆਂ ਬੰਗਲੇ ਨੇ। ਉਹ ਆਪਦੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢਣ, ਉੱਥੇ ਗੱਡੀ ਦੇ ਬ੍ਰੇਕ ਮਾਰਨ, ਉਹ ਪਿੰਡ ਦੇ ਅੰਦਰ ਜਾ ਕੇ ਘੁੰਮਣ। ਹਜ਼ਾਰਾਂ ਕੋਠੇ ਅਜਿਹੇ ਨੇ ਜਿਹੜੇ ਪਰਿਵਾਰ ਮਤਲਬ ਕਿ ਕਿਸਾਨ ਔਰ ਮਜ਼ਦੂਰ ਰਾਤ ਨੂੰ ਇਹ ਸੁੱਖ ਕੇ ਪੈਂਦੇ ਆ ਵੀ ਪ੍ਰਮਾਤਮਾ ਸੱਚੇ ਪਾਤਸ਼ਾਹ ਰਾਤ ਨੂੰ ਮਤਲਬ ਕਿ ਕਿਤੇ ਛੱਤ ਨਾ ਡਿੱਗ ਪਏ। ਕਈਆਂ ਦੇ ਬਾਲੇ ਡਿੱਗਣ ਵਾਲੇ ਆ। ਜਿਹੜੀ ਗੱਲ ਕਰਦੇ ਹੋ ਸ਼ਾਦੀਆਂ ਦੀ, ਉਹ 2 ਜਾਂ 3 ਜਾਂ 5% ਮਹਿੰਗੀਆਂ ਸ਼ਾਦੀਆਂ ਨਹੀਂ ਨਾ ਦੇਖਣ, ਉਹ 89% ਉਹਨਾਂ ਸ਼ਾਦੀਆਂ ਨਹੀਂ ਵੀ ਦੇਖਣ ਜਿਹੜੇ ਮੈਂ ਦੇਖੀਆਂ। ਉਹ ਸ਼ਾਦੀਆਂ ਜਿਹੜੇ ਉੱਧਰੋਂ ਤਾਂ ਬਰਾਤ ਆ ਜਾਂਦੀ ਹੈ, ਉੱਧਰੋਂ ਤਾਂ ਉਹਨਾਂ ਦਾ ਮਤਲਬ ਕਿ ਜਿਹੜਾ ਹੈਗਾ ਰੀਮਨ ਕੱਟਿਆ ਜਾਂਦਾ ਹੈ ਬਰਾਤ ਦੇ ਵੈਲਕਮ ਵਾਸਤੇ। ਉਸੇ ਟਾਈਮ ਤੇ ਜਿਹੜਾ ਕੁੜੀ ਦਾ ਬਾਪ ਹੁੰਦਾ ਹੈ ਉਹ 10-20 ਹਜ਼ਾਰ ਰੁਪਏ ਦਾ ਹੋਰ ਇੰਤਜ਼ਾਮ ਸ਼ਾਦੀ ਲਈ ਕਰਦਾ ਫਿਰਦਾ ਹੁੰਦਾ ਹੈ। ਉਹਨਾਂ ਹੀ ਕਿਸਾਨਾਂ ਦੇ ਬੱਚੇ, ਮਜ਼ਦੂਰਾਂ ਦੇ ਬੱਚੇ ਅੱਧੇ ਘੰਟੇ ਬਾਅਦ ਪੇਪਰ ਸ਼ੁਰੂ ਹੋਣਾ ਹੁੰਦਾ ਹੈ, ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਰੋਲ ਨੰਬਰ ਮਿਲੂ ਕਿ ਨਾ ਮਿਲੂਗਾ। ਉਹ ਅੱਧਾ ਘੰਟਾ ਪਹਿਲਾਂ ਕਿਸੇ ਟੀਚਰ ਦਾ ਮਿੰਨਤ ਤਰਲਾ ਕਰਦੇ ਆ ਵੀ ਸਾਨੂੰ ਰੋਲ ਨੰਬਰ ਲੈ ਦਿਓ, ਤੁਸੀਂ ਸਾਡੀ ਫੀਸ ਨਹੀਂ ਭਰੀ, ਤੁਸੀਂ ਸਾਡੀ ਫੀਸ ਭਰ ਦਿਓ। ਹੁਣ ਜਿਹੜੇ ਬੱਚੇ ਨੂੰ ਇਹ ਨਹੀਂ ਪਤਾਗਾ ਵੀ ਅੱਧਾ ਘੰਟਾ ਪਹਿਲਾਂ ਹੀ ਮੈਂ ਪੇਪਰ ਦੇ ਸਕੂੰਗਾ ਕਿ ਨਾ ਦੇ ਸਕੂੰਗਾ, ਮੈਂ ਫੀਸ ਦਾ ਇੰਤਜ਼ਾਮ ਕਰ ਸਕੂੰਗਾ ਕਿ ਨਾ ਕਰ ਸਕੂੰਗਾ, ਉਹਦੇ ਲਈ ਮੁਸ਼ਕਿਲ ਹੈ। ਰਹੀ ਗੱਲ ਕਿਸਾਨਾਂ ਨੂੰ ਮਤਲਬ ਕਿ ਜਿਹੜਾ ਹੈਗਾ ਇੱਕ ਨਜ਼ਰ ਨਾਲ ਨਾ ਦੇਖਣ। ਰਹੀ ਗੱਲ ਜਿਹੜਾ ਤੁਸੀਂ ਕਹਿੰਦੇ ਸਿੰਘੂ ਬਾਰਡਰ ਤੇ, ਉਹ ਕਹਿੰਦੇ ਨੇ ਵੀ ਆਈਫੋਨ ਉਹਨਾਂ ਕੋਲੇ ਵੱਡੀਆਂ ਗੱਡੀਆਂ ਨੇ, ਉਹਨਾਂ ਕੋਲੇ ਸਾਰਾ ਕੁਝ ਨੇ। ਇਹਦਾ ਮੈਂ ਹਿੰਦੀ 'ਚ ਜਵਾਬ ਦੇ ਦਿਆਂ ਕਿਉਂਕਿ ਇਹ ਜਿਹੜਾ ਮਸਲਾ ਸਿੰਘੂ ਬਾਰਡਰ ਵਾਲਾ ਨੈਸ਼ਨਲ ਮੀਡੀਆ, ਇਹ ਨੈਸ਼ਨਲ ਉਹਦਾ ਹੈਗਾ, ਉਹਨੂੰ ਬੜੀ ਪ੍ਰੋਬਲਮ ਹੁੰਦੀ ਹੈ ਇਹਨਾਂ ਦੇ ਜਵਾਕਾਂ ਕੋਲ। ਜਿਹੜਾ ਮਿਹਨਤ ਕਰਦਾ ਉਹਦੇ ਕੋਲੇ, ਜਿਹੜਾ ਸੁਬਹ 4 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਮਿਹਨਤ ਕਰਦਾ, ਉਹ ਖਰੀਦ ਨਹੀਂ ਸਕਦਾ ਤੇ ਤੁਸੀਂ ਵਿਹਲੇ ਬੈਠੇ ਖਰੀਦ ਸਕਦੇ ਹੋ। ਉਹਦੇ ਤੇ ਮੈਂ ਹਿੰਦੀ 'ਚ ਥੋੜਾ ਜਵਾਬ ਦੇ ਦਿੰਦਾ ਉਹਨਾਂ ਲੋਕਾਂ ਨੂੰ। जिनके कंधे पे हाल, जिनके पाँव कभी जमीन की जगह पर जिनके कंधे पे हल, जिनके पाँव कभी जमीन की जगह पर सांप की सिरी पर टिक जाते हैं। जब दिसंबर जनवरी में रूम में हीटर भी चलता है, ऊपर से रजाई भी लई होती है, इतना पुख्ता इंतजाम होने के बावजूद फिर भी जेकर रजाई से हाथ बाहर निकल जाए तो पूरे शरीर को कंबनी छिड़ जाती है। बिल्कुल वैसे ही एनवायरनमेंट में किसान खेतों को छलछल करते ठंडे पानी में नंगे पांव सिंचाई दे रहा होता है, शायद यही सोचकर कि हिंदुस्तानियों के साथ साथ हर वो विदेशी नागरिक जो हिंदुस्तान की धरती पे पांव रखता है, चाहे वो कॉमनवेल्थ गेम की बात हो, उनमें खिलाड़ी आए हों, चाहे वो ओबामा की बात हो, चाहे कोई और मेहमान आया हो, उनके खाने की लग्जरी रसोई में वैरायटियों की लिस्ट कितनी भी बड़ी क्यों ना हो, लेकिन एक भी वैरायटी ऐसी नहीं जिसमें किसान और मजदूर का योगदान ना हो। किसान तो मेहमान नवाजी में भी कमी नहीं छोड़ता, वो लोग ऐसी बातें करते हैं। वही बात फिर इसमें आ जाती है जो उन्होंने वो लोग तो देख ले ਜਿਹੜੇ ਮਤਲਬ ਕਿ 10 ਬੰਦਿਆਂ ਕੋਲੇ ਬੁਲਟ ਸੀਗਾ ਜਾਂ ਵੱਡੀਆਂ ਕਾਰਾਂ ਸੀਗੀਆਂ ਜਾਂ ਆਈਫੋਨ ਸੀਗੇ, ਪਰ ਕੀ ਉੱਥੇ 10 ਬੰਦਿਆਂ ਦਾ ਇਕੱਠ ਹੀ ਸੀ ਜਾਂ 100 ਬੰਦੇ ਦਾ ਇਕੱਠ ਹੀ ਸੀਗਾ? ਜਿਹੜਾ ਲੱਖਾਂ ਬੰਦੇ ਜਿਨ੍ਹਾਂ ਦੇ ਮਤਲਬ ਕਿ ਟੁੱਟੇ ਕੰਬਲ ਪਏ ਸੀਗੇ ਜਾਂ ਉਹਨਾਂ ਨੇ ਕੰਬਲ ਵੀ ਕਿਸੇ ਸੰਸਥਾ ਤੋਂ ਮਤਲਬ ਕਿ ਉੱਥੇ ਜਾ ਕੇ ਲਏ, ਜਿਨ੍ਹਾਂ ਕੋਲੇ ਕਿਰਾਇਆ ਵੀ ਹੈ ਨਹੀਂ ਸੀ, ਟਰਾਲੀਆਂ ਤੇ ਚੜ੍ਹ ਵਿਚਾਰੇ ਆਏ, ਉਹਨਾਂ ਦੀ ਨਜ਼ਰ ਨਹੀਂ ਗਈ, ਉਹਨਾਂ ਨੇ ਵੀ ਉਹ ਨਜ਼ਰ ਘਮਾਉਣਾ। ਬਿਲਕੁਲ। ਬਾਕੀ ਕਿਸਾਨ ਦੇ ਮੁੰਡੇ ਕੋਲ ਜੇ ਹੋਵੇ ਵੀ ਤਾਂ ਇਹਦੇ ਤੇ ਸਵਾਲ ਕਰਨ ਲਈ ਪੈਂਦਾ। ਬਹੁਤ ਕਮਾਲ ਦੀਆਂ ਗੱਲਾਂ ਤੁਸੀਂ ਜੋ ਹਿੰਦੀ ਦੇ ਵਿੱਚ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਅੱਛਾ ਹੈਪੀ ਜੀ, ਜਿਹੜਾ ਮੋਰਚਾ ਸੀ, ਰਵਿਸ਼ ਕੁਮਾਰ ਕਹਿੰਦੇ ਕਿ ਮੋਰਚੇ ਦੇ ਜਿਹੜੇ ਮੋਰਚਾ ਲੱਗਣ ਤੋਂ ਬਾਅਦ ਕਾਨੂੰਨ ਵਾਪਸ ਹੋ ਗਏ, ਪਰ ਜਿਹੜੀ ਕਾਨੂੰਨਾਂ ਦੀ ਸੋਚ ਸੀ ਜਾਂ ਸਰਕਾਰ ਦੀ ਸੋਚ ਸੀ ਉਹ ਵਾਪਸ ਨਹੀਂ ਹੋਈ, ਕਿਉਂਕਿ ਕਹਿੰਦੇ ਉਹਨਾਂ ਨੇ ਜਦੋਂ ਲੋਕ ਸਭਾ ਦੇ ਵਿੱਚ ਕਾਨੂੰਨ ਵਾਪਸ ਲਏ ਤਾਂ ਉਹਨਾਂ ਨੇ 26 ਪੰਕਤੀਆਂ ਪੜ੍ਹੀਆਂ ਜਿਹੜੀਆਂ ਕਾਨੂੰਨਾਂ ਦੇ ਹੱਕ 'ਚ ਬੋਲੀਆਂ,
ਫਿਰ 16 ਪੰਕਤੀਆਂ ਦੇ ਵਿੱਚ ਉਹਨਾਂ ਨੇ ਕਾਨੂੰਨ ਵਾਪਸ ਲਏ, ਮਤਲਬ 10 ਪੰਕਤੀਆਂ ਫਿਰ ਵੀ ਕਾਨੂੰਨਾਂ ਦੇ ਹੱਕ 'ਚ ਹੀ ਵੱਧ ਬੋਲ ਗਏ, ਮਤਲਬ ਉਹ ਸੋਚ ਵਾਪਸ ਨਹੀਂ ਆਈ। ਉਹ ਸੋਚ ਦੀ ਗੱਲ ਕਰਕੇ ਦੁਬਾਰਾ ਵੀ ਕਿਸਾਨਾਂ ਨਾਲ ਧੋਖਾ ਹੋ ਸਕਦਾ, ਕੀ ਸੋਚਦੇ ਹੋ? ਤੇ ਬਾਕੀ ਮੰਨ ਲਓ ਵੀ ਜਿੱਤ ਬਰਕਰਾਰ ਵੀ ਰਹਿੰਦੀ ਹੈ, ਫਿਰ ਵੀ ਕੀ ਕਿਸਾਨਾਂ ਦੀ ਅਸਲ ਤੌਰ ਤੇ ਜ਼ਮੀਨੀ ਤੌਰ ਤੇ ਜਿੱਤ ਹੈਗੀ ਹੈ ਕਿ ਕਿਸਾਨ ਹਜੇ ਹਾਰ ਹੀ ਰਹੇ ਨੇ, ਸਰਕਾਰ ਅੱਗੇ ਚੱਲ ਰਹੀ ਹੈ? ਨਹੀਂ, ਇਸ ਮੋਰਚੇ ਦੇ ਵਿੱਚ ਜਿਹੜੀ ਹੈਗੀ ਹੈ, ਮੈਂ ਮਤਲਬ ਕਿ ਧੰਨਵਾਦ ਕਰਦਾ ਸਾਡੀਆਂ ਕਿਸਾਨ ਜਥੇਬੰਦੀਆਂ ਦਾ ਤੇ ਸਾਡੇ ਜਿਹੜੇ ਹੈਗੇ ਦੇਸ਼ ਵਾਸੀਆਂ ਦਾ, ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਦੇਖੋ ਉਹਨਾਂ ਦੀ ਜਿਹੜੀ ਸੋਚ ਹੈ, ਉਹ ਸੋਚ ਤਾਂ ਨਹੀਂ ਉਹ ਬਦਲ ਸਕਦੇਗੀ, ਪਰ ਜਿਹੜੇ ਆ ਉਹਨਾਂ ਦੇ ਧੌਣ ਦੇ ਵਿੱਚ ਕਿੱਲਾ ਸੀਗਾ, ਉਹ ਕਿੱਲਾ ਜ਼ਰੂਰ ਮਤਲਬ ਕਿ ਜਿਹੜਾ ਹੈਗਾ ਕਿਸਾਨਾਂ ਨੇ ਕੱਢਤਾ ਤੇ ਪੰਜਾਬ ਵਾਲਿਆਂ ਨੇ ਜਿਹੜਾ ਹੈਗਾ ਇਹ ਦਿਖਾਤਾ, ਹਰਿਆਣੇ ਵਾਲਿਆਂ ਨੇ, ਯੂਪੀ ਵਾਲਿਆਂ ਨੇ, ਸਾਰੇ ਦੇਸ਼ ਵਾਲਿਆਂ ਨੇ ਦਿਖਾਇਆ, ਪੰਜਾਬ ਵਾਲਿਆਂ ਨੇ ਇਹ ਜਿਹੜਾ ਹੈਗਾ ਪਹਿਲ ਕਦਮੀ ਕੀਤੀ ਔਰ ਉਹਨਾਂ ਨੇ ਇਸ ਚੀਜ਼ ਦਿਖਾਤੀ ਹੈ। ਪਰ ਜਿਹੜੀ ਰਹੀ ਗੱਲ ਸੋਚ ਦੀ, ਉਹਨਾਂ ਦੀ ਸੋਚ ਤਾਂ ਦੇਖੋ ਜਿਹੜੀ ਹੈਗੀ ਬਹੁਤੀ ਚੰਗੀ ਨਹੀਂ, ਪਰ ਮੈਂ ਇੱਥੇ ਇੱਕ ਗੱਲ ਹੋਰ ਕਰਨਾ ਚਾਹਣਾ, ਜਿਹੜੀ ਸੋਚ ਨੂੰ ਬਦਲਣ ਲਈ ਵੀ ਮੈਂ ਕਹਿੰਦਾ ਕਿਸਾਨ ਜਥੇਬੰਦੀਆਂ ਅੱਗੇ ਆਉਣ, ਕਿਸਾਨ ਜਥੇਬੰਦੀਆਂ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਐਜੂਕੇਟ ਕਰਨ। ਪਿੰਡਾਂ ਦੇ ਵਿੱਚ ਕੀ ਹੈ ਵੀ ਜਿਹੜੀਆਂ ਧੜੇਬੰਦੀਆਂ ਨੇ, ਚਾਹੇ ਉਹ ਕਿਸੇ ਵੀ ਪੋਲੀਟੀਕਲ ਪਾਰਟੀ ਦੀਆਂ ਨੇ, ਉਹ ਧੜੇਬੰਦੀਆਂ ਪਿੰਡਾਂ 'ਚ ਖਰਾਬ ਕਰਦੇ ਨੇ। ਮੰਨ ਲਓ 5 ਸਾਲ ਸਰਕਾਰ ਹੈ ਇੱਕ ਦੀ, ਦੂਜਾ ਕਹਿ ਦਿੰਦਾ ਮੁੱਛਣ ਵੱਟ ਦੇਈ ਜਾਂਦਾ, ਮਤਲਬ ਉੱਥੇ ਵੀ ਆਉਣ ਦੇ ਕਰਾਂ ਆਉਣ ਵਾਲੇ 5 ਸਾਲਾਂ 'ਚ ਤੈਨੂੰ ਕਰੂੰਗਾ ਲੋਟ, ਆਪਦੀ ਡਿਵੈਲਪਮੈਂਟ ਨਹੀਂ ਧਿਆਨ ਨਹੀਂ, ਮਤਲਬ ਕਿ ਇਹ ਪੁੱਠੇ ਕੰਮਾਂ ਲਈ ਧਿਆਨ ਹੈ। ਉਹ ਜਿਹੜੇ ਸਾਡੇ ਪਿੰਡਾਂ ਵਾਲੇ ਵਰਕਰਸ ਨੇ, ਚਾਹੇ ਉਹ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਨੇ, ਉਹਨਾਂ ਨੂੰ ਇਹ ਸੋਚ ਛੱਡ ਕੇ ਵੋਟਾਂ ਪਾਉਣਾ ਉਹਦਾ ਅਧਿਕਾਰ ਹੈ, ਜਿਹਦਾ ਮਨ ਕਰਦਾ ਜਿੱਧਰ ਪਾਵੇ, ਜਿਹਦਾ ਮਨ ਕਰਦਾ ਜਿੱਧਰ ਸਪੋਰਟ ਕਰੇ, ਉਹ ਅਗਲੇ ਦਾ ਅਧਿਕਾਰ ਹੈ। ਪਰ ਉਹਨਾਂ ਨੂੰ ਮਤਲਬ ਕਿ ਜਿਹੜੀ ਆਪਦੀ ਭਾਈਚਾਰਕ ਸਾਂਝ ਹੈ ਉਹਨੂੰ ਜ਼ਰੂਰ ਪਿੰਡ ਦੇ ਵਿੱਚ ਬਣਾ ਕੇ ਰੱਖਣਾ ਚਾਹੁਣ, ਜੇਕਰ ਉਹ ਆਪਦੇ ਪਿੰਡ ਦੀ ਤਰੱਕੀ ਚਾਹੁੰਦੇ ਆ ਜਾਂ ਆਪਦੇ ਪਿੰਡ ਨੂੰ ਮਤਲਬ ਕਿ ਜਿਹੜਾ ਹੈਗਾ ਅੱਗੇ ਵਧਾਉਣਾ ਚਾਹੁੰਦੇ ਆ, ਧੜੇਬੰਦੀ ਦਾ ਕੋਈ ਫਾਇਦਾ ਲੀਡਰਾਂ ਦੇ ਪਿੱਛੇ ਮਤਲਬ ਕਿ ਛੋਟੀਆਂ ਗੱਲਾਂ ਦੇ ਵਿੱਚ ਮਤਲਬ ਕਿ ਜਿਹੜੀ ਹੈਗੀ ਹੈ ਰਾਜਨੀਤੀਕਰਨ ਹੋ ਚੁੱਕਿਆ ਹੈ, ਜਿਹੜਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਘਾਤਕ ਹੋਊਗਾ। ਇਸ ਕਰਕੇ ਮੇਰੀ ਹੱਥ ਬੰਨ੍ਹ ਕੇ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਹੈ ਵੀ ਜਿਹੜਾ ਇਹ ਭਾਈਚਾਰਾ ਦੇ ਵਿੱਚ ਵੀ ਉਹਨਾਂ ਦਾ ਅਹਿਮ ਰੋਲ ਸਿੰਘੂ ਬਾਰਡਰ ਤੇ ਰਿਹਾ ਖਤਮ ਕਰਨ ਲਈ, ਉਹ ਅੱਗੇ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਇਲੈਕਸ਼ਨ ਹੁੰਦੇ ਨੇ ਉਹਨਾਂ ਵਿੱਚ ਵੀ ਇਹ ਭਾਈਚਾਰੇ ਨੂੰ ਬਣਾ ਕੇ ਰੱਖਣ, ਮਤਲਬ ਕਿ ਇਹ ਐਜੂਕੇਟ ਕਿਸਾਨ ਜਥੇਬੰਦੀਆਂ ਕਰ ਸਕਦੀਆਂ ਨੇ। ਅੱਛਾ ਭਾਈ, ਆਖਰੀ ਸਵਾਲ ਹੈ ਮੇਰਾ, ਬੜਾ ਇੰਪੋਰਟੈਂਟ ਹੈ। ਹੁਣ ਕਿਸਾਨਾਂ ਦੇ ਜਿਹੜੇ ਕਾਨੂੰਨਾਂ ਦੀ ਮੰਗ ਸੀ ਉਹ ਵਾਪਸ ਲੈ ਲਈ, ਉਦੋਂ ਬਾਅਦ MSP ਦੀ ਗੱਲ ਆਉਂਦੀ ਹੈ। MSP ਦੇ ਬਾਰੇ ਜੇ ਆਮ ਲੋਕਾਂ ਨੂੰ ਪੁੱਛ ਲਈਏ ਪਤਾ ਤਾਂ ਹੈ, ਪਰ ਪੂਰੀ ਚੰਗੀ ਤਰ੍ਹਾਂ ਜਾਣਕਾਰੀ ਨਹੀਂ। ਮੈਂ ਚਾਹੁੰਦਾ ਅੱਜ ਤੁਸੀਂ ਸੂਝਵਾਨ ਸਾਡੇ ਨਾਲ ਬੈਠੇ ਹੋ, ਇਹ ਕੋਈ ਦਰਸ਼ਕਾਂ ਨੂੰ ਅਸੀਂ, ਕਿਉਂਕਿ ਸਪੈਸ਼ਲ ਅਲੱਗ ਵੀਡੀਓ ਵੀ ਅਸੀਂ ਚਲਾ ਦਿਆਂਗੇ, MSP ਦੇ ਬਾਰੇ ਜ਼ਰੂਰ ਦੱਸ ਦਿਓ। MSP ਦੇ ਵਿੱਚ ਕਿਸਾਨਾਂ ਦੀ ਮੰਗ ਕਿਹੜੀਆਂ ਫਸਲਾਂ ਤੇ ਚੱਲ ਰਹੀ ਹੈ? ਮੇਨ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਿਹੜੀਆਂ ਫਸਲਾਂ ਤੇ ਕਿਸਾਨ ਮੰਗ ਕਰਦੇ ਨੇ? MSP ਤੋਂ ਸਰਕਾਰ ਭੱਜਦੀ ਕਿਉਂ ਹੁੰਦੀ ਹੈ? ਤੇ ਜਿਹੜਾ ਕਾਨੂੰਨ ਦੀ ਗੱਲ ਕਰਦੇ ਨੇ, ਉਹ ਕਾਨੂੰਨ ਕਿਹੜੀ ਚੀਜ਼ ਦਾ ਬਣਾਉਣਾ ਚਾਹੁੰਦੇ ਨੇ ਕਿਸਾਨ? ਉਹ ਸਾਰੀ ਮੰਗ ਕੀ ਹੈ ਤੇ ਕਿਸਾਨ ਸਰਕਾਰ ਕਿਉਂ ਭੱਜ ਰਹੀ ਹੈ? ਸਰਕਾਰ ਨੂੰ ਕੀ ਘਾਟਾ ਪੈ ਸਕਦਾ ਇਹਦਾ ਆਉਣ ਦੇ ਵਿੱਚ? ਹੁਣ MSP ਕਣਕ ਤੇ ਮਿਲ ਰਹੀ ਹੈ ਪੰਜਾਬ 'ਚ, ਝੋਨੇ ਤੇ ਮਿਲ ਰਹੀ ਹੈ, ਮਿਲ ਮੱਕੀ ਤੇ ਵੀ ਰਹੀ ਹੈ ਇੱਕ ਹਿਸਾਬ ਨਾਲ, ਉਹ ਮੈਂ ਅੱਗੇ ਤੁਹਾਨੂੰ ਦੱਸਦਾ ਵੀ ਕਿਵੇਂ ਨਹੀਂ ਗਿਆ। ਹੁਣ ਤੁਸੀਂ ਆਮ ਗੱਲ ਸੁਣੀ ਹੋਣੀ ਹੈ ਵੀ ਕਿਸਾਨ ਜਿਹੜੀ ਹੈਗੇ ਆ ਫਸਲਾਂ ਦਾ ਬਦਲੀਕਰਨ ਨਹੀਂ ਕਰਦੇ, ਬਦਲਵੀਆਂ ਫਸਲਾਂ ਨਹੀਂ ਬੀਜਦੇ। ਉਹ ਤਾਂ ਹੀ ਕਰਨਗੇ ਜੇ ਮਤਲਬ ਉਹ ਕਿਸਾਨਾਂ ਨੇ ਹੁਣ ਤੁਸੀਂ ਦੇਖੋ ਵੀ ਮੱਕੀ ਬੀਜੀ, ਸਰਕਾਰ ਨੇ ਕਹਿਤਾ ਵੀ ਤੁਸੀਂ ਸਬਜ਼ੀਆਂ ਲਾਓ, ਉਹਨਾਂ ਨੇ ਸਬਜ਼ੀਆਂ ਵੀ ਲਾਈਆਂ। ਸਰਕਾਰ ਨੇ ਕਹਿਤਾ ਵੀ ਤੁਸੀਂ ਡੇਅਰੀ ਫਾਰਮ ਖੋਲੋ, ਉਹਨਾਂ ਨੇ ਡੇਅਰੀ ਫਾਰਮ ਵੀ ਖੋਲੇ। ਸਰਕਾਰ ਨੇ ਕਹਿਤਾ ਪੋਲਟਰੀ ਫਾਰਮ ਖੋਲੋ, ਉਹਨਾਂ ਨੇ ਉਹ ਵੀ ਖੋਲੇ। ਕਿਸਾਨਾਂ ਨੇ ਆਲੂ ਬੀਜੇ ਤੇ ਫਿਰ ਆਲੂ ਜਦੋਂ 1 ਰੁਪਏ ਕਿਲੋ ਵਿਕੇ ਤੇ ਉਹਨਾਂ ਨੇ ਸਪੈਦਿਆਂ ਚ ਲਾਏ ਵਿਚਾਰਿਆਂ ਨੇ, ਮਤਲਬ ਉਹੀ ਗੱਲ। ਸਰਕਾਰ ਨੇ ਕਿਸਾਨ ਨੇ ਸਰਕਾਰ ਦੀ ਹਰ ਗੱਲ ਮੰਨੀ, ਪਰ ਉਹਦਾ ਮੰਡੀਕਰਨ ਹੈ ਨਹੀਂ ਸੀ। ਮੰਡੀਕਰਨ ਦਾ ਮਤਲਬ ਹੈ ਵੀ ਉਹਦਾ ਭਾਅ ਨਹੀਂ ਸੀਗਾ। ਹੁਣ ਮੱਕੀ ਤੇ ਪੰਜਾਬ ਦੇ ਵਿੱਚ ਕੀ ਹੈ, MSP ਤਾਂ ਹੈਗੀ ਹੈ, ਜਿਹੜਾ ਤੁਸੀਂ ਕਹਿੰਦੇ ਵੀ ਕਾਨੂੰਨ ਕੀ ਕਹਿੰਦੇ ਆ ਸਰਕਾਰ ਬਣਾਉਣ ਨੂੰ, ਗਰੰਟੀ ਕੀ ਮੰਗਦੇ ਆ? ਉਹ ਗਰੰਟੀ ਇਹ ਮੰਗਦੇ ਆ, ਉਹ ਕਹਿੰਦੇ ਵੀ ਜੇ ਕਿਸੇ ਨੇ ਮੱਕੀ ਪੈਦਾ ਕਰਤੀ, ਮੰਨ ਲਓ ਹੁਣ ਮੱਕੀ ਦਾ ਭਾਅ ਸੀਗਾ ਸ਼ਾਇਦ ਮੇਰੇ ਖਿਆਲ 1800-1900 ਦਾ, ਲੇਕਿਨ ਉਹ ਵਿਕ ਰਹੀ ਸੀ 1100 ਨੂੰ, ਪ੍ਰਾਈਵੇਟ ਪਲੇਅਰ ਉਹਨੂੰ ਖਰੀਦ ਰਹੇ ਸੀਗੇ। ਗਰੰਟੀ ਦਾ ਮਤਲਬ ਹੈ ਵੀ ਜਾਂ ਤਾਂ ਉਹਨੂੰ ਸਰਕਾਰ ਜੇ 1900 ਦਾ ਭਾਅ ਤੈਅ ਕਰਤਾ ਤਾਂ 1900 'ਚ ਸਰਕਾਰ ਉਹਨੂੰ ਖਰੀਦੇ, ਇਦੋਂ ਘੱਟ ਕੋਈ ਨਾ ਖਰੀਦੇ, ਵੱਧ ਚਾਹੇ ਉਹਨੂੰ 2100 ਨੂੰ ਪ੍ਰਾਈਵੇਟ ਪਲੇਅਰ ਖਰੀਦ ਰਹੇ ਨੇ। ਉਹ ਕਹਿੰਦੇ ਵੀ ਇਸ ਚੀਜ਼ ਤੇ ਕਾਨੂੰਨ ਬਣ ਜੇ, ਮੰਨ ਲਓ ਇਹਦੋਂ ਘੱਟ ਕੋਈ ਖਰੀਦਦਾ ਤਾਂ ਅਸੀਂ ਕਾਰਵਾਈ ਕਰ ਸਕੀਏ, ਸਰਕਾਰ ਉਹਦੇ ਤੇ ਕਾਰਵਾਈ ਕਰ ਸਕਦੀ। ਹਜੇ ਤੱਕ ਇਸ ਤੋਂ ਪਹਿਲਾਂ ਕੋਈ ਕਾਨੂੰਨ ਨਹੀਂ ਹੈ ਸਰ, ਹਜੇ ਤੱਕ ਉਹਦੇ ਤੇ ਇਸ ਤੋਂ ਪਹਿਲਾਂ ਮਤਲਬ ਕਿ ਕੋਈ ਕਾਨੂੰਨ ਨਹੀਂ ਜੀ। ਦੂਜਾ ਇੱਕ ਗੱਲ ਮੈਂ ਤੁਸੀਂ ਵੈਸੇ ਹੋਰ ਥੋੜੀ ਜਿਹੀ ਐਡ ਕਰਦਾ ਵੀ ਜਿਹੜੀਆਂ ਖੇਤੀਬਾੜੀ ਯੂਨੀਵਰਸਿਟੀਆਂ ਨਾ ਪੰਜਾਬ ਦੀਆਂ, ਉਹਨਾਂ ਨੇ ਪੰਜਾਬ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਦਾ ਜੇ ਤੁਸੀਂ ਅੰਕੜਾ ਕੱਢੋ, ਸਭ ਤੋਂ ਵੱਧ ਉਹਨਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਨੇ, ਲੇਕਿਨ ਖੇਤੀਬਾੜੀ ਯੂਨੀਵਰਸਿਟੀਆਂ ਅੱਜ ਪਿੱਛੇ ਨੇ ਆਪਣੀਆਂ। ਕਿਉਂ?
ਕਿਉਂ ਪਿੱਛੇ ਨੇ? ਕਿਉਂਕਿ ਹੁਣ ਤੁਸੀਂ ਦੇਖ ਲਓ ਵੀ ਜਿਹੜੀ ਗੁਲਾਬੀ ਸੁੰਡੀ ਪਈ, ਅੱਜ ਕੋਈ ਗੱਡੀ ਲਾਂਚ ਹੁੰਦੀ ਹੈ, ਜਦੋਂ ਕੰਪਨੀ ਗੱਡੀ ਬਣਾਉਂਦੀ ਹੈ, ਉਹ ਗੱਡੀ ਦਾ ਇੱਕ ਮਤਲਬ ਕਿ ਟਾਈਮ ਪੀਰੀਅਡ ਹੈ ਵੀ ਇਹਨੇ 10 ਸਾਲ ਚੱਲਣਾ, 15 ਸਾਲ ਚੱਲਣਾ, ਉਹਦਾ ਇੱਕ ਟਾਈਮ ਹੈ। ਜਿਵੇਂ ਬੰਦੇ ਦੀ ਲਾਈਫ ਦਾ ਵੀ 80 ਸਾਲ 100 ਸਾਲ 70 ਸਾਲ ਐਵਰੇਜ, ਮਤਲਬ ਕਿ ਅਲਟੀਮੇਟਲੀ ਤਾਂ ਆਪਾਂ ਨੂੰ ਪਤਾ ਨਾ ਵੀ ਬੰਦੇ ਨੇ ਮਤਲਬ ਕਿ ਜਿਹੜਾ ਹੈਗਾ ਇਹ ਦੁਨੀਆ ਤੋਂ ਤੁਰ ਜਾਣਾ। ਉਸੇ ਤਰ੍ਹਾਂ ਜਿਸ ਦਿਨ ਇਹ BT ਕਾਟਨ 20 ਆਇਆ ਸੀਗਾ, ਕਿ ਯੂਨੀਵਰਸਿਟੀਆਂ ਨੂੰ ਉਸ ਦਿਨ ਇਹ ਨਹੀਂ ਪਤਾ ਸੀਗਾ ਵੀ 10 ਸਾਲ ਚੱਲੂਗਾ ਜਾਂ 15 ਸਾਲ ਚੱਲੂਗਾ ਜਾਂ 20 ਸਾਲ ਚੱਲੂਗਾ। ਉਹਦੇ ਤੋਂ ਬਾਅਦ ਵੀ ਇਹਨਾਂ ਨੂੰ ਆ ਬਿਮਾਰੀ ਦਾ ਅਟੈਕ ਆ ਸਕਦਾ ਤੇ ਉਹਨਾਂ ਨੂੰ ਕੋਈ ਨਵਾਂ ਵੀ ਉਸੇ ਦਿਨ ਤੋਂ ਰਿਸਰਚ ਕਰਨਾ ਚਾਹੀਦਾ ਸੀ। ਸਾਡੀਆਂ ਯੂਨੀਵਰਸਿਟੀਆਂ, ਖੇਤੀਬਾੜੀ ਯੂਨੀਵਰਸਿਟੀਆਂ ਜਿਹਦਾ ਫੇਲ ਯੂਨੀਵਰਸਿਟੀਆਂ, ਉਹਨਾਂ ਨੂੰ ਮਤਲਬ ਕਿ ਆਪਦੇ ਵਿੱਚ ਸੀਰੀਅਸਨੈਸ ਲਿਆਉਣੀ ਚਾਹੀਦੀ ਹੈ। ਅੱਛਾ MSP ਦੇ ਬਾਰੇ ਤੁਸੀਂ ਗੱਲ ਕਰਦੇ ਥੋੜੀ ਜਿਹੀ ਗੱਲ ਰਹਿ ਗਈ, ਕਿਹੜੀਆਂ ਫਸਲਾਂ ਤੇ ਮੰਗਦੇ ਆ ਕਿਸਾਨ MSP? ਕਿਸਾਨ ਮੰਗਦੇ ਜਿੱਦਾਂ ਮਤਲਬ ਕਿ ਜਿਹੜੀਆਂ ਹੈਗੀਆਂ ਟੋਟਲ ਫਸਲਾਂ ਤੇ ਮੰਗਦੇ ਆ। ਜਿੱਦਾਂ ਹੁਣ ਆਪਾਂ ਕਹਿ ਦਈਏ ਵੀ ਜੇਕਰ ਦਾਲ ਤੇ ਪੋਸੀਬਲ ਵੀ ਨਹੀਂ ਹੋਣਾ, ਮੈਨੂੰ ਲੱਗਦਾ ਹੋਣਾ ਕਿਉਂ ਨਹੀਂ ਗਾ ਜੀ, ਮੈਨੂੰ ਦੱਸੋ ਕਿਉਂ ਸਰਕਾਰ ਕਿਉਂ ਭੱਜਦੀ ਹੈ, ਕਰ ਦਿੰਦੀ ਕਿਉਂ ਨਹੀਂ ਜਦੋਂ ਕਾਨੂੰਨ ਵਾਪਸ ਲੈ ਲੇ? ਮੈਂ ਤੁਹਾਨੂੰ ਉਸੇ ਗੱਲ ਤੇ ਦੱਸ ਦਿੰਦਾ। ਹੁਣ ਤੁਸੀਂ ਟੀਵੀ ਤੇ ਆਮ ਸੁਣ ਲਿਆ ਹੋਣਾ ਚੈਨਲਾਂ ਤੇ ਵੀ ਜੀ 17 ਲੱਖ ਕਰੋੜ ਰੁਪਈਆ ਸਰਕਾਰ ਕਿੱਥੋਂ ਦੇ ਦੂਗੀ। ਪਰ ਸਰਕਾਰ ਨੇ ਇਹ ਥੋੜੋ ਆ ਯਾਰ ਵੀ 17 ਲੱਖ ਕਰੋੜ ਰੁਪਈਆ ਝੋਨੇ ਤੇ ਜਾਂ ਕਣਕ ਤੇ ਲਾਤਾ, 6 ਮਹੀਨਿਆਂ ਬਾਅਦ ਉਹ ਕਹਿੰਦੇ ਕਿੱਥੋਂ ਦੇ ਦੇਣਗੇ, ਤੇ ਵੀ ਉਹ ਬਲੌਕ ਹੋ ਗਿਆ। ਉਹ ਜਿਹੜੀ ਫਸਲ ਹੈ ਉਹ ਵਿਕੂਗੀ ਵੀ, ਉਹ 3 ਜਾਂ 4 ਲੱਖ ਦਾ ਹੀ ਉਹ ਹੈਗਾ, ਬਾਕੀ ਉਹ ਤਾਂ ਉਦੋਂ ਵੀ ਮਹਿੰਗੀ ਵਿਕੂਗੀ। ਉਹ ਤਾਂ ਉਦੋਂ ਅੱਜ ਤੁਸੀਂ ਮਾਰਕੀਟ 'ਚ ਦਾਲ ਲੈਣ ਜਾਓ, ਤੁਹਾਨੂੰ ਕੀ ਰੇਟ ਮਿਲੂਗੀ? ਉਹ ਤੁਹਾਨੂੰ 100 ਰੁਪਏ ਕਿਲੋ ਤੋਂ ਘੱਟ ਨਹੀਂ ਮਿਲਦੀ, ਕੋਈ ਵੀ ਦਾਲ ਹੋਵੇ। ਮੈਂ ਇਕੱਲੇ ਮੂੰਗੀ ਦੀ ਦਾਲ ਦੀ, ਛੋਲਿਆਂ ਦੀ ਦਾਲ ਦੀ ਨਹੀਂ ਕਰਦਾ। ਆਲੂ ਲੈ ਕੇ ਲੇਸ 'ਚ ਪਾ ਕੇ ਦੇਈ ਜਾਂਦੇ ਜੀ, ਤੁਸੀਂ ਦੇਖੋ ਕਿੰਨਾ ਕੁਛ ਚੱਲੀ ਜਾਂਦਾ। ਆਲੂਆਂ ਤੇ ਵੀ ਆਉਣਾ ਮੈਂ ਤੁਹਾਨੂੰ, ਉਹਦੇ 'ਚ ਕੋਈ ਵੀ ਦਾਲ ਤੁਸੀਂ ਲੈ ਕੇ ਚੱਲੋ, ਮਤਲਬ ਕਿ ਉਹ ਤੁਹਾਨੂੰ ਜਿਹੜੀ ਹੈਗੀ 100 ਰੁਪਏ ਤੋਂ ਘੱਟ ਨਹੀਂ ਮਿਲੇਗੀ, ਉੱਪਰ ਮਿਲਣੀਆਂ। ਪਰ ਕਿਸਾਨ ਤੋਂ ਕੀ ਰੇਟ ਹੈ? 50 ਰੁਪਏ 60 ਰੁਪਏ 40 ਰੁਪਏ ਕਿਸਾਨ ਤੋਂ ਹੈ। ਤੁਸੀਂ ਝੋਨਾ ਬਾਸਪਤੀ ਲੈ ਲਓ, ਤੁਸੀਂ ਜਿਹੜਾ ਲੈਂਦੇ ਆਪਾਂ ਚਾਵਲ, ਉਹ ਤੁਹਾਨੂੰ 150 ਰੁਪਏ 100 ਰੁਪਏ ਮਿਲਦਾ ਹੈ। ਅੱਜ ਤੁਸੀਂ ਤੇਲ ਦੀ ਬੋਤਲ ਲੈਣ ਚੱਲ ਜਾਓ, ਤੁਹਾਨੂੰ 250-300 ਰੁਪਏ ਦੀ ਮਿਲੂਗੀ। ਮੋਦੀ ਜੀ ਕਹਿੰਦੇ ਸੀ ਨਾ ਵੀ ਮੈਂ 2022 ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰੂੰਗਾ, ਪਰ ਉਹ ਗਲਤ ਕਹਿ ਗਏ। ਉਹ ਕਿਸਾਨਾਂ ਦੀ ਆਮਦਨ ਨਹੀਂ ਕਹਿਣੀ ਸੀ ਉਹਨਾਂ ਨੇ ਵੀ ਮੈਂ ਦੁੱਗਣੀ ਕਰੂੰਗਾ, ਉਹਨਾਂ ਨੇ ਕਹਿਣਾ ਸੀ ਵੀ ਕਿਸਾਨਾਂ ਦੇ ਜਿਹੜੇ ਖੇਤੀ ਦੇ ਖਰਚੇ ਨੇ ਮੈਂ ਉਹ ਉਹਨਾਂ ਨੂੰ ਦੁੱਗਣੇ ਕਰ ਦੂੰਗਾ। ਹੁਣ ਦੇਖੋ ਜਿੱਦਾਂ ਦਾ ਮੋਦੀ ਬਣਿਆ, ਮੋਦੀ ਜੀ ਮੈਂ ਨਾ ਬਹੁਤ ਸਪੀਡ ਨਾਲ ਕੰਮ ਕਰ ਰਹੇ ਆ, ਐਵੇਂ ਲੋਕ ਉਹਨਾਂ ਨੂੰ ਨਿੰਦੀ ਜਾਂਦੇ ਨੇ ਯਾਰ। ਪਰ ਚੱਲਦੇ ਪੁੱਠੇ ਪਾਸੇ 70 ਸਾਲਾਂ ਤੋਂ ਇੰਨੀ ਰਫ਼ਤਾਰ ਨਾਲ ਡੀਜ਼ਲ ਨਹੀਂ ਵਧਿਆ ਜਿੰਨਾ ਉਹਨਾਂ ਨੇ 3 ਸਾਲਾਂ 'ਚ ਵਧਾਤਾ। ਉਹ ਕਹਿੰਦਾ ਮੈਂ 18 ਘੰਟੇ ਕੰਮ ਕਰਦਾ, ਮੋਦੀ ਜੀ ਕਹਿੰਦੇ ਆ। ਲੋਕ ਕਹਿੰਦੇ ਆ ਵੀ ਜੇ ਤੁਸੀਂ 22 ਘੰਟੇ ਸੌਂ ਜਾਓ ਤਾਂ ਸ਼ਾਇਦ ਦੇਸ਼ ਮਤਲਬ ਕਿ ਬਚ ਜੇ। ਲੋਕ ਆ ਕਹਿੰਦੇ ਨੇ ਵੀ ਐਡੀ ਰਫ਼ਤਾਰ ਦੀ ਲੋੜ ਨਹੀਂ, ਐਡੀ ਰਫ਼ਤਾਰ ਦੀ ਲੋੜ ਨਹੀਂ ਜੀ। ਬਹੁਤ ਸ਼ੁਕਰੀਆ ਜੀ, ਬੜਾ ਕੁਝ ਸਿੱਖਣ ਨੂੰ ਮਿਲਿਆ ਤੁਹਾਡੇ ਨਾਲ ਬੈਠ ਕੇ, ਤੇ ਕਦੇ ਦੁਬਾਰਾ ਖੁੱਲਾ ਸਮਾਂ ਹੋਇਆ ਤਾਂ ਖੇਤੀਬਾੜੀ ਦੇ ਮੁੱਦਿਆਂ ਤੇ ਤੁਹਾਡੇ ਇਲਾਕੇ 'ਚ ਆ ਕੇ ਜ਼ਰੂਰ ਗੱਲਬਾਤ ਕਰਾਂਗੇ। ਬਹੁਤ ਸ਼ੁਕਰੀਆ ਸਾਡੇ ਸਟੂਡੀਓ ਆਉਣ ਦੇ ਲਈ, ਸਮਾਂ ਕੱਢਣ ਲਈ। ਸਤਿ ਸ਼੍ਰੀ ਅਕਾਲ। ਇਹ ਸਨ ਹੈਪੀ ਮਾਨ। MSP ਦੇ ਬਾਰੇ ਗੱਲ ਕਰਨੀ ਬੜੀ ਜ਼ਰੂਰੀ ਸੀ, ਔਰ ਇਹਨਾਂ ਨੇ ਜੋ PIL ਪਾਈ ਸੀ 2014 ਦੇ ਵਿੱਚ, ਉਸ ਤੋਂ ਬਾਅਦ ਸਵਾਮੀਨਾਥਨ ਰਿਪੋਰਟ ਤੇ ਗੱਲ ਕੀਤੀ। ਸਵਾਮੀਨਾਥਨ ਰਿਪੋਰਟ ਦੀ ਐਕਸਪਲੇਨੇਸ਼ਨ ਲੈ ਕੇ ਵੀ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਅੰਦਰਲੀਆਂ ਗੱਲਾਂ ਕਈ ਵਾਰੀ ਨਹੀਂ ਪਤਾ ਹੁੰਦੀਆਂ। ਸਾਨੂੰ ਅਸੀਂ ਬੀਇੰਗ ਅ ਪੱਤਰਕਾਰ ਉਹਨਾਂ ਚੀਜ਼ਾਂ ਨੂੰ ਕਈ ਵਾਰੀ ਛੇੜਦੇ ਨਹੀਂ, ਸਾਨੂੰ ਲੱਗਦਾ ਵੀ ਨਾਰਮਲ ਜਿਹੀਆਂ ਚੀਜ਼ਾਂ ਨੇ, ਪਰ ਜਦੋਂ ਵਿਚਰੀਦਾ ਲੋਕਾਂ ਦੇ ਵਿੱਚ ਕਈ ਵਾਰੀ ਨਹੀਂ ਪਤਾ ਹੁੰਦਾ। ਇਸ ਕਰਕੇ MSP ਤੇ ਵੀ ਗੱਲ ਕੀਤੀ, ਨਵੇਂ ਲੋਕਾਂ ਦੇ ਨਾਲ, ਖੇਤੀਬਾੜੀ ਐਕਸਪਰਟਸ ਦੇ ਨਾਲ, ਜਾਂ ਕਿਸਾਨਾਂ ਦੇ ਹਿੱਤ ਵਿੱਚ ਤੇ ਜਾਗਰੂਕ ਤੇ ਇਹੋ ਜਿਹੇ ਐਨਵਾਇਰਨਮੈਂਟਲਿਸਟ, ਇਹੋ ਜਿਹੇ ਸੋਸ਼ਲ ਲੋਕ ਜਿਹੜੇ ਬਿਨਾਂ ਕਿਸੇ ਲਾਲਚ ਤੋਂ ਨਿਸਵਾਰਥ ਹੋ ਕੇ ਚੰਗੀ ਸੇਵਾ ਕਰ ਰਹੇ, ਇਹਨਾਂ ਨੂੰ ਤੁਹਾਡੇ ਸਾਹਮਣੇ ਪੇਸ਼ ਕਰਦੇ ਰਹਾਂਗੇ। ਤਦ ਤੱਕ ਲਈ ਧੰਨਵਾਦ।